ਦਾ ਲਾਈਵ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਮੈਂ ਹਾਂ ਸ਼ੀਤਲ। ਸੋ ਅੱਜ ਵੀ ਇੱਕ ਲਾਈਵ ਮੁੱਦਾ ਅਸੀਂ ਲੈ ਕੇ ਇਸ ਮੰਚ ਦੇ ਜ਼ਰੀਏ ਤੁਹਾਡੇ ਨਾਲ ਜੁੜੇ ਹਾਂ। ਸਾਡੇ ਨਾਲ ਦੋ ਐਕਸਪਰਟ ਜੁੜੇ ਹੋਏ ਨੇ, ਸਾਡੇ ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਜੀ ਤੇ ਨਾਲ ਹੀ ਨਾਲ ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ, ਜਿਹੜੇ ਕਿ ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀ ਦੇ ਸੰਚਾਲਕ ਨੇ, ਸਾਡੇ ਨਾਲ ਜੁੜੇ ਹੋਏ ਨੇ। ਖਾਸ ਇੱਕ ਮਾਹਰ ਆਪਾਂ ਕਹਿ ਸਕਦੇ ਇਹਨਾਂ ਨੂੰ ਕਿ ਸਿੱਖ ਇਤਿਹਾਸ ਨੂੰ ਲੈ ਕੇ ਇਹਨਾਂ ਕੋਲ ਬਹੁਤ ਵੱਡਾ ਭੰਡਾਰ ਹੈ, ਜਿਹੜਾ ਕਿ ਸਾਡੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇਹ ਸਾਡੇ ਨਾਲ ਸਾਂਝਾ ਕਰਨਗੇ। ਗੱਲ ਕਰਦੇ ਹਾਂ ਜੀ 1947 ਦੇ ਵਿੱਚ, ਜਦੋਂ ਆਜ਼ਾਦੀ ਮਿਲੀ, ਜਿਹਨੂੰ ਅਸੀਂ ਕੱਲ ਹੀ ਮੰਨਿਆ ਸੁਤੰਤਰਤਾ ਦਿਵਸ। 75 ਸਾਲ ਪੂਰੇ ਹੋ ਚੁੱਕੇ ਨੇ। ਕੱਲ ਆਪਣੇ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ ਸੀ ਕਿ ਭਾਰਤ ਨੇ ਆਜ਼ਾਦੀ ਦੇ 75 ਸਾਲ ਤੋਂ ਬਾਅਦ ਕੀ ਪਾਇਆ ਤੇ ਕੀ ਗਵਾਇਆ, ਪਰ ਅੱਜ ਅਸੀਂ ਗੱਲ ਕਰਾਂਗੇ ਆਪਣੇ ਸੂਬੇ ਪੰਜਾਬ ਦੀ ਕਿ ਸਾਡਾ ਸੂਬਾ ਪੰਜਾਬ ਆਜ਼ਾਦੀ ਤੋਂ ਬਾਅਦ ਕਿਹੜੇ ਹਾਲਾਤਾਂ ਚੋਂ ਨਿਕਲਿਆ ਤੇ ਅੱਜ ਉਹ ਕਿੱਥੇ ਖੜਾ ਹੈ ਤੇ ਕੀ ਉਹਦੇ ਕੋਲ ਹੈ ਤੇ ਕੀ ਨਹੀਂ ਹੈ। ਸੋ ਇਸ ਵਿਸ਼ੇ ਤੇ ਗੱਲਬਾਤ ਹੋਵੇਗੀ। ਆਜ਼ਾਦੀ ਤੋਂ ਬਾਅਦ ਪੰਜਾਬ ਦੀ ਸਿਆਸਤ ਨੇ ਕਿਹੜਾ ਨਵਾਂ ਰੂਪ ਫੜਿਆ, ਕਿਹੋ ਜਿਹਾ ਨਵਾਂ ਰਾਜਨੀਤਿਕ ਰੰਗ ਦੇ ਵਿੱਚ ਸਾਡੀ ਰਾਜਨੀਤੀ ਰੰਗੀ ਔਰ ਉਹਦਾ ਲੋਕਾਂ ਤੇ ਕੀ ਪ੍ਰਭਾਵ ਪਿਆ, ਇਸ ਵਿਸ਼ੇ ਤੇ ਗੱਲ ਹੋਏਗੀ। ਖਾਲਸਾ ਦਲ ਦੇ ਇਤਿਹਾਸ ਦੇ ਬਾਰੇ ਗੱਲ ਹੋਏਗੀ ਕਿ ਖਾਲਸਾ ਦਲ ਕਦੋਂ ਆਇਆ ਸੀ, ਕਦੋਂ ਹੋਂਦ ਦੇ ਵਿੱਚ ਆਇਆ ਸੀ ਔਰ ਉਸਦਾ ਸਾਡੇ ਅੱਜ ਦੇ ਸਮੇਂ ਦੇ ਵਿੱਚ ਕੀ ਪ੍ਰਭਾਵ ਹੈ, ਲੋਕਾਂ ਦੇ ਉੱਤੇ ਕੀ ਪ੍ਰਭਾਵ ਹੈ, ਰਾਜਨੀਤੀ ਦੇ ਉੱਤੇ ਕੀ ਪ੍ਰਭਾਵ ਹੈ। ਇਸ ਵਿਸ਼ੇ ਤੇ ਵੀ ਗੱਲਬਾਤ ਹੋਵੇਗੀ। ਸਭ ਤੋਂ ਪਹਿਲਾਂ ਅਰਜੁਨ ਸ਼ਰਮਾ ਜੀ, ਮੈਂ ਤੁਹਾਡੇ ਨਾਲ ਗੱਲ ਕਰੂੰਗੀ। ਜਦੋਂ ਅਸੀਂ ਆਜ਼ਾਦ ਹੋਏ ਆ, ਵੰਡ ਹੋਈ ਹੈ ਦੇਸ਼ ਦੀ, ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਨੇ ਜਿਹੜਾ ਵੀ ਰੰਗ ਫੜਿਆ, ਤੁਸੀਂ ਉਹਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ? ਪੰਜਾਬ ਕਈਆਂ ਸੂਬਿਆਂ ਨਾਲੋਂ ਬਿਲਕੁਲ ਵਿਲੱਖਣ ਸੂਬਾ ਹੈ ਔਰ ਇਹਦੀਆਂ ਸਿਆਸੀ ਗਤੀਵਿਧੀਆਂ ਵੀ ਜਿਹੜੀਆਂ ਹੈ ਉਹ ਲਗਭਗ ਸਾਰੇ ਦੇਸ਼ ਨੂੰ ਲੀਡ ਕਰਨ ਵਾਲੀਆਂ ਔਰ ਇੱਕ ਕਿਸਮ ਦੀ ਮੈਸੇਜ ਦੇ ਕੇ ਪਿੱਛੇ ਪਿੱਛੇ ਤੋਰਨ ਵਾਲੀਆਂ ਰਹੀਆਂ ਹੈ। ਅਕਸਰ ਦੇਖਿਆ ਗਿਆ ਐਸਾ ਹੋਇਆ। ਆਜ਼ਾਦੀ ਤੋਂ ਬਾਅਦ ਦਾ ਅਗਰ ਲੇਖਾ ਜੋਖਾ ਬਰੀਫ ਵਿੱਚ ਕਰੀਏ ਤਾਂ ਭਗਵੰਤ ਮਾਨ ਅੱਜ ਸਾਡੇ 22ਵੇਂ ਚੀਫ ਮਿਨਿਸਟਰ ਨੇ। ਆਜ਼ਾਦ ਭਾਰਤ ਤੋਂ ਬਾਅਦ ਜਿਹੜੀ ਅਸੈਂਬਲੀ ਵਿਵਸਥਾ ਹੋਈ ਹੈ, ਅਸੈਂਬਲੀ ਵਿਵਸਥਾ ਤੋਂ ਪਹਿਲਾਂ ਜਿਹੜੀ ਇੰਟਰਿਮ ਗਵਰਨਮੈਂਟਸ ਬਣੀਆਂ ਸੀ ਉਹਨਾਂ ਦੇ ਵਿੱਚ ਵੀ ਸਾਡੇ 3 ਚੀਫ ਮਿਨਿਸਟਰ ਰਹੇ ਸੀਗੇ। ਔਰ ਬੜੀ ਇਹ ਤੁਹਾਨੂੰ ਹੈਰਾਨੀ ਦੀ ਗੱਲ ਹੋਏਗੀ ਕਿ ਜਿਹੜੀ ਪਹਿਲੇ ਚੀਫ ਮਿਨਿਸਟਰ ਹੋਏ ਸੀ ਗੋਪੀ ਚੰਦ ਭਾਰਗਵ, ਉਹ ਹਿੰਦੂ ਜੈਂਟਲਮੈਨ ਸੀ। ਦੂਜੇ ਚੀਫ ਮਿਨਿਸਟਰ ਬਣੇ ਭੀਮ ਸੈਨ ਸੱਚਰ, ਉਹ ਵੀ ਹਿੰਦੂ ਜੈਂਟਲਮੈਨ ਸੀ। ਔਰ ਤੀਜੇ ਚੀਫ ਮਿਨਿਸਟਰ ਬਣੇ ਗੋਪੀ ਚੰਦ ਭਾਰਗਵ ਅਗੇਨ। ਇਹ ਸਾਡੇ ਜਦੋਂ ਸੰਵਿਧਾਨ ਲਾਗੂ ਨਹੀਂ ਸੀ ਹੋਇਆ, ਅਸੈਂਬਲੀ ਨਹੀਂ ਸੀ ਬਣੀ, ਇਹ ਉਸ ਤੋਂ ਪਹਿਲਾਂ ਦੀ ਤਸਵੀਰ ਹੈ। ਅੱਛਾ, ਉਸ ਤੋਂ ਬਾਅਦ ਕੀ ਸੀ ਕਿ ਅਸੈਂਬਲੀ ਜਦੋਂ ਸ਼ੁਰੂ ਹੋਈ ਤਾਂ ਪਹਿਲੀ ਅਸੈਂਬਲੀ ਵਿੱਚ ਵੀ ਭੀਮ ਸੈਨ ਸੱਚਰ ਹੀ ਚੀਫ ਮਿਨਿਸਟਰ ਬਣੇ ਔਰ ਦੂਜੀ ਅਸੈਂਬਲੀ ਵਿੱਚ ਪ੍ਰਤਾਪ ਸਿੰਘ ਕੈਰੋਂ, ਉਹ 2 ਵਾਰ ਚੀਫ ਮਿਨਿਸਟਰ ਰਹੇ। ਉਹਨਾਂ ਤੋਂ ਬਾਅਦ ਫਿਰ ਗੋਪੀ ਚੰਦ ਭਾਰਗਵ ਚੀਫ ਮਿਨਿਸਟਰ ਰਹੇ ਲਗਭਗ 1964 ਤੱਕ। ਔਰ ਰਾਮ ਕਿਸ਼ਨ ਪੰਡਿਤ ਕਾਮਰੇਡ ਰਾਮ ਕਿਸ਼ਨ, ਇਹ ਜਲੰਧਰ ਨਾਰਥ ਤੋਂ ਹੀ ਚੁਣੇ ਗਏ ਸੀ ਔਰ ਇਹ ਲਗਭਗ 1 ਸਾਲ ਤੇ 2 ਸਾਲ ਤੋਂ 2 ਦਿਨ ਘੱਟ ਇਹ ਚੀਫ ਮਿਨਿਸਟਰ ਰਹੇ ਹੈ ਜੀ। ਇਹ 1966 ਤੱਕ ਦਾ ਮਸਲਾ ਸੀ। ਇਹ ਜਿਹੜਾ ਟ੍ਰੈਂਡ ਚੱਲਦਾ ਆ ਰਿਹਾ ਸੀ, ਇਹਨੂੰ ਜਦੋਂ ਅਕਾਲੀ ਦਲ ਨੇ ਦੇਖਿਆ ਕਿ ਅਸੀਂ ਜਦੋਂ ਆਏ ਸੀ ਆਜ਼ਾਦੀ ਤੋਂ ਬਾਅਦ, ਸਾਨੂੰ ਇਹ ਵਾਅਦਾ ਕੀਤਾ ਗਿਆ ਸੀ ਕਿ ਸਾਨੂੰ ਸਿੱਖਾਂ ਨੂੰ ਰਹਿਣ ਵਾਸਤੇ ਇੱਕ ਅਲੱਗ ਕਿਸਮ ਦਾ ਖੁਦ ਮੁਖਤਿਆਰ ਵਰਗਾ ਮਾਹੌਲ ਔਰ ਮੌਕਾ ਦਿੱਤਾ ਜਾਏਗਾ, ਜਦਕਿ ਇੱਥੇ ਚੀਫ ਮਿਨਿਸਟਰ ਲੈਵਲ ਦੇ ਉੱਪਰ ਇਹ ਹਾਲਾਤ ਹੈ ਕਿ ਅੱਜ ਤੱਕ ਮੁਸ਼ਕਿਲ ਦੇ ਨਾਲ ਇੱਕ ਸਿੱਖ ਚੀਫ ਮਿਨਿਸਟਰ ਬਣ ਪਾਇਆ ਸੀ ਉਦੋਂ ਤੱਕ। 1964 ਤੱਕ ਦੀ ਗੱਲ ਹੈ। ਇਸ ਗੱਲ ਨੂੰ ਲੈ ਕੇ ਬਹੁਤ ਪਹਿਲਾਂ ਤੋਂ ਹੀ ਲਗਭਗ 1955 ਤੋਂ ਪੰਜਾਬੀ ਸੂਬੇ ਦੀ ਮੰਗ ਜਿਹੜੀ ਸੀ ਉਹ ਖੜੀ ਹੋ ਗਈ ਸੀ ਔਰ ਭਾਸ਼ਾ ਦੇ ਆਧਾਰ ਤੇ ਸੂਬੇ ਦਾ ਪੁਨਰ ਗਠਨ ਕਰਨ ਵਾਸਤੇ ਇਹ ਸੰਘਰਸ਼ ਸ਼ੁਰੂ ਹੋਇਆ ਸੀ। ਇਹ ਸੰਘਰਸ਼ ਕੱਲੇ ਪੰਜਾਬ ਨਹੀਂ ਸ਼ੁਰੂ ਹੋਇਆ, ਇਹ ਗੁਜਰਾਤ ਔਰ ਮਹਾਰਾਸ਼ਟਰ ਵੀ ਉਸ ਦੇ ਇੱਕ ਸੀਗੇ, ਉਹਨਾਂ ਨੂੰ ਵੀ ਅਲੱਗ-ਅਲੱਗ ਕਰਨ ਦੇ ਵਾਸਤੇ ਸ਼ੁਰੂਆਤ ਹੋਈ। ਉਧਰੋਂ ਹਰਿਆਣੇ ਨੇ ਆਪਣਾ ਅਲੱਗ ਸੂਬਾ ਮੰਗਣ ਦੀ ਕੋਸ਼ਿਸ਼ ਕੀਤੀ, ਦੇਖਦੇ ਹੋਏ ਕਿ ਇਹ ਦਾਅ ਲੱਗ ਜਾਏਗਾ, ਕਿਉਂਕਿ ਪੰਜਾਬੀ ਸੂਬਾ ਜਿਹੜੇ ਮੰਗਦੇ ਪਏ ਨੇ ਉਹ ਹਰਿਆਣੇ ਤੋਂ ਪਿੱਛਾ ਛਡਾਉਣਾ ਚਾਹੁੰਦੇ ਆ, ਤਾਂ ਕਿ ਜਿੰਨੀ ਉਸ ਵੇਲੇ ਦੀ ਜਿਹੜੀ ਅਕਾਲੀ ਲੀਡਰਸ਼ਿਪ ਸੀ ਨਾ, ਜਿਹੜੀ ਵਿਰੋਧ ਕਰਨ ਵਾਲੀ ਸੀ, ਖਾਸ ਤੌਰ ਤੇ ਮਾਸਟਰ ਤਾਰਾ ਸਿੰਘ ਔਰ ਸੰਤ ਫਤਿਹ ਸਿੰਘ ਦੇ ਜਿਹੜੀ ਲੀਡਰਸ਼ਿਪ ਵਿੱਚ ਸੀ, ਉਹਨਾਂ ਨੂੰ ਇਹ ਸੀ ਕਿ ਅਸੀਂ ਇੱਕ ਐਸਾ ਏਰੀਆ ਡਿਮਾਰਕ ਕਰੀਏ, ਇੱਦਾਂ ਦਾ ਏਰੀਆ ਪੰਜਾਬ ਬਣਵਾ ਲਈਏ ਜਿਹਦੇ ਵਿੱਚ ਸਿੱਖ ਬਹੁਤ ਸੰਖਿਆ 'ਚ ਹੋਣ। ਜਦਕਿ ਇਸ ਤੋਂ ਪਹਿਲਾਂ ਹਿਮਾਚਲ ਵਿੱਚ ਲੱਗਦਾ ਸੀ, ਹਰਿਆਣਾ ਵਿੱਚ ਲੱਗਦਾ ਸੀ, ਗੁੜਗਾਉਂ ਤੱਕ ਔਰ ਫਰੀਦਾਬਾਦ ਤੱਕ ਤਾਂ ਸਾਡਾ ਬਾਰਡਰ ਸੀ, ਉਦੋਂ ਅਸੀਂ ਸ਼ਿਮਲੇ ਤੱਕ ਲੱਗਦੇ ਸੀ, ਮੰਡੀ ਕੁੱਲੂ ਤੱਕ ਲੱਗਦੇ ਸੀ। ਤੇ ਉਹਦੇ ਵਿੱਚ ਸਿੱਖ ਬਹੁਲ ਨਹੀਂ ਸੀ, ਸਿੱਖ ਬਹੁਮਤ ਨਹੀਂ ਸੀ, ਉਹ 'ਚ ਬਹੁਤ ਸਾਰੇ ਹੋਰ ਵਰਗ ਸੀ ਔਰ ਹਿੰਦੂ ਸੀਟ ਜਿਹੜੀ ਸੀ ਉਹ ਜ਼ਿਆਦਾ, ਹਿੰਦੂ ਵੋਟ ਜਿਹੜਾ ਉਹ ਇਸ ਖਿੱਤੇ 'ਚ ਜ਼ਿਆਦਾ ਸੀ। ਇਸ ਕਰਕੇ ਕੀ ਹੋਇਆ ਕਿ ਇਹਨਾਂ ਨੇ ਪੰਜਾਬੀ ਸੂਬੇ ਦੀ ਮੰਗ ਕੀਤੀ
ਔਰ ਨਹਿਰੂ ਜਿਹੜਾ ਸੀ, ਪੰਡਿਤ ਨਹਿਰੂ ਜੀ ਜਿਹੜਾ ਪੰਜਾਬ ਪ੍ਰਾਈਮ ਮਿਨਿਸਟਰ ਸੀ ਦੇਸ਼ ਦੇ, ਉਹ ਇਸ ਮੰਗ ਨੂੰ ਮੰਨਦੇ ਸੀ ਕਿ ਇਹ ਮੰਗ ਜਿਹੜੀ ਹੈ ਇਹ ਧਾਰਮਿਕ ਮੰਗ ਹੈ, ਇਹ ਕੋਈ ਰੀਜਨਲ ਮੰਗ ਜਾਂ ਕੋਈ ਡਿਮਾਰਕੇਸ਼ਨ ਦੀ ਮੰਗ ਨਹੀਂ ਹੈ, ਇਹ ਪੁਨਰਗਠਨ ਦੀ ਮੰਗ ਨਹੀਂ ਹੈ, ਇਹ ਇੱਕ ਧਾਰਮਿਕ ਮੰਗ ਹੈ ਔਰ ਇੱਕ ਕਮਿਊਨਲ ਮੰਗ ਹੈ। ਇੱਕ ਕਮਿਊਨਿਟੀ ਜਿਹੜੀ ਹੈ ਉਹ ਆਪਣੀ बढ़त ਬਣਾਉਣ ਲਈ ਜਾਂ ਆਪਣੇ ਹੀ ਵੋਟ ਬੈਂਕ ਨੂੰ ਵੱਧ ਕਰਨ ਵਾਸਤੇ ਇਹ ਸੋਚ ਕੇ ਚੱਲ ਰਹੀ ਹੈ ਕਿ ਛੋਟਾ ਕਰ ਲਓ ਪਰ ਏਦਾਂ ਦਾ ਕਰ ਲਓ ਕਿ ਜਿਹਦੇ ਵਿੱਚ ਸਿੱਖੀ ਵੋਟਰ ਹੋਣ ਔਰ ਸਾਰਾ ਅਸੀਂ ਹੀ ਸਰਕਾਰ ਬਣਾਈਏ। ਹਾਲਾਂਕਿ ਉਸ ਵੇਲੇ ਇਹ ਵਿਜ਼ਨ ਕਰਨ ਵਾਲੇ ਇਹ ਭੁੱਲ ਗਏ ਸੀ ਕਿ ਸਾਰੇ ਸਿੱਖ ਅਕਾਲੀ ਨਹੀਂ ਹੈਗੇ, ਠੀਕ ਹੈ ਜੀ। ਲੇਕਿਨ ਜੋ ਨਹਿਰੂ ਨੇ ਆਪਣੇ ਜੀਵਨ ਕਾਲ 'ਚ ਅੜ ਕੇ ਇੱਕ ਕੰਮ ਨਹੀਂ ਕੀਤਾ, ਇਸ ਗੱਲ ਤੇ ਨਹੀਂ ਫੈਸਲਾ ਕੀਤਾ, ਜਦ ਕਿ 1965 ਦੀ ਜੰਗ ਜਦੋਂ ਹੁੰਦੀ ਹੈ ਉਦੋਂ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਸੀ ਔਰ ਲਾਲ ਬਹਾਦਰ ਸ਼ਾਸਤਰੀ ਦੀ ਅਚਾਨਕ ਡੈਥ ਹੋਣ ਤੋਂ ਬਾਅਦ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਬਣੀ ਤੇ ਉਹਨਾਂ ਨੂੰ ਲੱਗਿਆ ਕਿ ਠੀਕ ਹੈ, ਇਹਨਾਂ ਜੰਗ ਦੇ ਵਿੱਚ ਇਸ ਮੁਲਕ ਦੇ ਲੋਕਾਂ ਨੇ, ਖਾਸ ਤੌਰ ਤੇ ਪੰਜਾਬੀਆਂ ਨੇ ਇੰਨੀ ਬਹਾਦਰੀ ਨਾਲ ਲੜਾਈ ਲੜੀ ਹੈ ਤੇ ਚਲੋ ਛੱਡੋ ਪਰ ਆਪਾਂ ਕਈ ਲੈਣ ਦੇਣਾ, ਜੋ ਮੰਗਦੇ ਦੇ ਦਿਓ, ਉਹਨਾਂ ਨੂੰ ਸ਼ਾਂਤ ਕਰੋ। ਉਸ ਵੇਲੇ ਪੰਜਾਬੀ ਸੂਬਾ ਜਿਹਨੂੰ ਪੰਜਾਬੀ ਸੂਬੀ ਵੀ ਲੋਕ ਕਹਿ ਦਿੰਦੇ ਆ ਉਹਦਾ ਸਾਈਜ਼ ਦੇਖ ਕੇ ਕਿ ਕਿੱਥੋਂ ਸੀਗੇ ਤੇ ਕਿੱਥੇ ਤੇ ਪਹੁੰਚ ਗਏ, ਤੇ ਉਸ ਵੇਲੇ ਉਹ ਪੰਜਾਬੀ ਸੂਬਾ ਜਿਹੜਾ ਸੀ ਬਣਿਆ ਸੀ। ਪੰਜਾਬ ਦੇ ਵਿੱਚ ਅੱਜ ਤੱਕ 8 ਵਾਰ ਰਾਸ਼ਟਰਪਤੀ ਸ਼ਾਸਨ ਲੱਗ ਚੁੱਕਾ ਹੈ, ਜਿਹੜਾ ਲਗਭਗ 9.5 ਸਾਲ ਦੀ ਉਹਦੀ ਅਵਧੀ ਹੈ। ਉਹਨਾਂ ਵਿੱਚੋਂ 2 ਰਾਸ਼ਟਰਪਤੀ ਸ਼ਾਸਨ ਐਸੇ ਹੈ ਜਿਹੜੇ ਸਭ ਤੋਂ ਲੰਬੇ ਹੋਏ। ਇੱਕ ਜੀ ਜਦੋਂ ਦਰਬਾਰਾ ਸਿੰਘ ਦੀ ਸਰਕਾਰ ਬਰਖਾਸਤ ਕਰਨ ਤੋਂ ਬਾਅਦ ਉਹ ਲਗਭਗ 5 ਸਾਲ ਰਾਸ਼ਟਰਪਤੀ ਸ਼ਾਸਨ ਰਿਹਾ, ਠੀਕ ਹੈ ਜੀ। 2 ਸਾਲ ਇਹ ਦਰਬਾਰਾ ਸਿੰਘ ਤੋਂ ਬਾਅਦ ਦਰਬਾਰਾ ਸਿੰਘ ਸੀਗੇ ਜੀ 90 ਜੀ ਸੁਰਿੰਦਰਨਾਥ ਐਂਡ ਮਿਸਟਰ ਪਾਂਡੇ, ਉਹਨੇ ਉਹ ਤਾਂ ਗਵਰਨਰ ਸੀਗੇ ਜੀ, ਉਹ ਤਾਂ ਗਵਰਨਰ ਸੀਗੇ ਨਾ। ਗਵਰਨਰ ਦੀ ਰਾਸ਼ਟਰਪਤੀ ਸ਼ਾਸਨ 8 ਵਾਰੀ ਪੰਜਾਬ 'ਚ ਰਿਹਾ, ਜੀ 2 ਵਾਰੀ ਇੱਕ ਬਹੁਤ ਲੰਬਾ ਰਿਹਾ, ਇੱਕ ਵਾਰੀ 5 ਸਾਲ ਦਾ, ਇੱਕ ਵਾਰੀ 2 ਸਾਲ ਦਾ। ਟੋਟਲ ਅਵਧੀ ਜਿਹੜੀ ਹੈ 9.5 ਸਾਲ ਦੀ ਇਹਦੀ ਰਹੀ ਹੈ ਰਾਸ਼ਟਰਪਤੀ ਸ਼ਾਸਨ ਦੀ ਪੰਜਾਬ ਦੀ ਜੀ ਭਾਈ। ਇਹਦੇ ਵਿੱਚ ਅੱਜ ਤੱਕ ਜਿਹੜੇ ਚੀਫ ਮਿਨਿਸਟਰ ਬਣੇ ਨੇ ਉਹਨਾਂ ਵਿੱਚੋਂ ਵਿਅਕਤੀ ਦੇ ਤੌਰ ਤੇ ਗਿਣੀਏ ਤੇ ਉਹਦਾ ਅੰਕੜਾ ਹੋਰ ਆਉਂਦਾ, ਪਾਰਟੀ ਦੇ ਤੌਰ ਤੇ ਗਿਣੀਏ ਤੇ 12 ਵਾਰੀ ਕਾਂਗਰਸ, 3 ਵਾਰੀ ਅਕਾਲੀ, 1 ਵਾਰੀ ਜਨਤਾ ਪਾਰਟੀ, ਪੰਜਾਬ ਜਨਤਾ ਪਾਰਟੀ, 1 ਵਾਰੀ ਅਕਾਲੀ ਦਲ ਸੰਤ ਔਰ 1 ਵਾਰੀ ਆਮ ਆਦਮੀ ਪਾਰਟੀ। ਜਦਕਿ ਇਹ ਚूंकि ਬਾਦਲ ਸਾਹਿਬ ਅਕਾਲੀ ਦਲ ਦੇ ਨਾਮ ਤੇ 5 ਵਾਰ ਚੀਫ ਮਿਨਿਸਟਰ ਰਹੇ, ਉਹ 4 ਵਾਰੀ ਉਧਰ ਵਾਧਾ ਕਰਤਾ ਵਾ ਔਰ 2 ਵਾਰੀ ਗੁਰਨਾਮ ਸਿੰਘ ਰਹੇ। ਇਸ ਕਰਕੇ ਇਹ ਅਕਾਲੀ ਦਲ ਜਿਹੜਾ ਸੀ ਉਹ 1 ਤੇ 1 2 1 3 1 4 ਇਹ ਲਗਭਗ 7 ਵਾਰੀ 8 ਵਾਰੀ ਇਹ ਜਿਹੜੇ ਹੈ ਅਕਾਲੀ ਦਲ ਦਾ ਵੀ ਉਹ ਚੀਫ ਮਿਨਿਸਟਰ ਰਿਹਾ ਵਾ। ਤੇ ਇਹ ਉਹ ਪੰਜਾਬ ਦੀ ਹੁਣ ਤੱਕ ਦੀ ਜਿਹੜੀ ਪਿਕਚਰ ਸੀ ਉਹ ਇਹ ਸੀ। ਔਰ 1955 ਵਿੱਚ ਮੋਰਚਾ ਦੇ ਵਿੱਚ ਤੁਹਾਨੂੰ ਦੱਸਿਆ ਅਰਜੁਨ ਜੀ ਕਿ ਕਿੰਨੇ ਕੁ ਸੀਐਮ ਹੋ ਚੁੱਕੇ ਨੇ, ਕਿੰਨੀ ਵਾਰੀ ਰਾਸ਼ਟਰਪਤੀ ਰਾਜ ਲੱਗਾ। ਸੋ ਇਤਿਹਾਸਿਕ ਜਿਹੜੀ ਜਾਣਕਾਰੀ ਤੁਸੀਂ ਸਾਨੂੰ ਦਿੱਤੀ ਹੈ ਕਿ ਸੰਨ 47 ਤੋਂ ਬਾਅਦ ਅੱਜ ਅਸੀਂ 2022 ਦੇ ਵਿੱਚ ਬੈਠੇ ਹਾਂ। ਮੁਲਕ ਨੂੰ ਆਜ਼ਾਦ ਹੋਇਆ ਔਰ ਪੰਜਾਬ ਦੇ ਵਿੱਚ ਜੋ ਸਿਆਸੀ ਸਮੀਕਰਨ ਨੇ 84 ਦਾ ਸਮੇਂ ਵੀ ਲੋਕਾਂ ਨੇ ਵੇਖਿਆ ਔਰ ਜਿਨ੍ਹਾਂ ਨੇ ਵੇਖਿਆ ਹਜੇ ਵੀ ਉਹਨਾਂ ਦੇ ਮਨ ਦੇ ਵਿੱਚ ਡਰ ਹੈ। ਅੱਜ ਇੱਕ ਵਾਰ ਫਿਰ ਤੋਂ ਹੁਣ ਜਿਹੜੀ ਖਾਲਿਸਤਾਨ ਦੀ ਮੰਗ ਫਿਰ ਤੋਂ ਉੱਠਣ ਲੱਗੀ ਹੋਈ ਹੈ, ਲੋਕ ਹਜੇ ਵੀ ਡਰੇ ਹੋਏ ਨੇ। ਸੋ ਕਿਸ ਨਜ਼ਰੀਏ ਨਾਲ ਵੇਖਦੇ ਹੋ ਤੁਸੀਂ? ਦੇਖੋ ਮੈਡਮ, ਇਸ ਤਰ੍ਹਾਂ ਹੈ ਜੀ ਕਿ ਜਿਹੜਾ ਪੰਜਾਬ ਦੀ ਸਥਿਤੀ ਹੈ ਨਾ ਜੀ, ਪੰਜਾਬ ਬੇਸਿਕਲੀ ਪੋਲੀਟੀਕਲ ਸਟੇਟ ਹੈ। ਜੇਕਰ ਇਸ ਤੋਂ ਅੱਗੇ ਜਾਈਏ ਤਾਂ ਪੰਜਾਬ ਇੱਕ ਸਿਵਲਾਈਜੇਸ਼ਨਲ ਸਟੇਟ ਹੈ। ਪੁਰਾਣੀ ਸਿਵਲਾਈਜੇਸ਼ਨ ਨੇ ਇੱਥੇ ਪੰਜਾਬ ਦੇ ਵਿੱਚ ਹੀ ਪਲੀਆਂ। ਸੋ ਜਦੋਂ ਅਸੀਂ ਇਸ ਨੂੰ 45 ਦੇ ਇੱਕ ਕੱਟ ਆਫ ਪੁਆਇੰਟ ਹੈ, ਕਿਉਂਕਿ ਜਿਹੜੇ ਪੋਲਿਟਿਕਸ ਦੇ ਵਿੱਚ ਜਾਂ ਹਿਸਟਰੀ ਦੇ ਵਿੱਚ ਅਲੱਗ-ਅਲੱਗ ਕੱਟ ਆਫ ਪੁਆਇੰਟਸ ਨਿਖੇੜ ਬਿੰਦੂ ਨਾਲ ਪੰਜਾਬੀ 'ਚ ਕਹਿ ਸਕਦੇ ਆਉਂਦੇ ਨੇ। ਤੇ 1947 ਦਾ ਨਿਖੇੜ ਬਿੰਦੂ ਨੂੰ ਜੇਕਰ ਅਸੀਂ ਮੰਨ ਕੇ ਚੱਲੀਏ ਤਾਂ ਉਸ ਦੇ ਵਿੱਚ ਜਿਵੇਂ ਜੀ ਨੇ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖ ਜਿਹੜੇ ਨੇ ਡੋਮੀਨੇਟ ਕਰਦੇ ਨੇ, ਸਿੱਖ ਫਿਲਾਸਫੀ, ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਔਰ ਪੁਰਾਣੀ ਜਿਹੜੀ ਸਾਰੀ ਹਿਸਟਰੀ ਹੈ 300 ਸਾਲ ਦੀ ਹਿਸਟਰੀ ਆਫਟਰ ਗੁਰੂ ਪੀਰੀਅਡ ਬੜੀ ਡੋਮੀਨੇਟ ਕਰਦੀ ਹੈ। ਸੋ ਜਦੋਂ 47 ਦੇ ਵਿੱਚ ਸਥਿਤੀ ਬਣੀ ਸੀ ਨਾ ਜੀ, ਤਾਂ ਉਸ ਸਮੇਂ ਜੋ 47 ਦੇ ਨਿਖੇੜ ਬਿੰਦੂ ਨੂੰ ਜੇਕਰ ਅਸੀਂ ਮੰਨ ਕੇ ਚੱਲੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਸਿੱਖ
ਕਾਂਗਰਸ ਸਰਕਾਰ ਨੇ, ਕਾਂਗਰਸੀ ਆਗੂਆਂ ਨੇ, ਜਵਾਹਰ ਲਾਲ ਨਹਿਰੂ ਜੀ, ਮਹਾਤਮਾ ਗਾਂਧੀ ਜੀ, ਪਟੇਲ ਜੀ ਨੇ, ਤੇ ਜੋ ਉਸ ਸਮੇਂ ਪੋਲੀਟੀਕਲ ਪ੍ਰਦੇਸ਼ ਬਣਿਆ, ਉਹਦੇ ਵਿੱਚ ਇਹ ਸੀਗਾ ਕਿ 3 ਕੌਮਾਂ ਸੀ ਹਿੰਦੁਸਤਾਨ ਦੀਆਂ ਵਾਰਸ ਮੰਨੀਆਂ ਗਈਆਂ ਸੀ। ਕੋਈ ਤਿੰਨਾਂ ਦਾ ਹੀ ਪੋਲੀਟੀਕਲ ਇਤਿਹਾਸ ਹੈ, ਵਿਰਾਸਤ ਹੈ। ਹਿੰਦੁਸਤਾਨ ਬਾਹਰ ਦੀ ਆਪਣੀ ਵਿਰਾਸਤ ਹੈ, ਮੁਸਲਮਾਨਾਂ ਦੀ ਆਪਣੀ ਵਿਰਾਸਤ ਹੈ, ਔਰ ਸਿੱਖਾਂ ਦੀ ਨੀਲੀ ਜਿਹੜੀ ਵਿਰਾਸਤ ਸੀ, ਜਿਹਨੂੰ ਕਿ 100 ਸਾਲ ਹੀ ਉਹਨਾਂ ਨੇ ਇਹ ਅੰਗਰੇਜ਼ ਦੀ ਗੁਲਾਮੀ ਕੱਟੀ ਸੀ। ਸੋ ਜਦੋਂ ਇਹੋ ਜਿਹੀ ਸਥਿਤੀ ਬਣੀ ਹੈ ਤਾਂ ਹਿੰਦੁਸਤਾਨ ਦੇ ਆਗੂਆਂ ਨੇ ਸਿੱਖਾਂ ਨੂੰ ਆਪਣੇ ਨਾਲ ਮੈਨੂਪੂਲੇਟ ਕਰ ਲਿਆ, ਪਲੇਕੇਟ ਕਰਕੇ ਉਹਨਾਂ ਕੋਲ ਇਹ ਕਹਾ ਲਿਆ ਕਿ ਜਿਹੜੇ ਸਾਰੇ ਆਪਣੀ ਕੌਮੀ ਤਕਦੀਰ ਦੇ ਫੈਸਲੇ ਹਿੰਦੁਸਤਾਨ ਨਾਲ ਰਲ ਕੇ ਕਰਾਂਗੇ ਸੀ, ਕਿਉਂਕਿ ਜਿਨਾਹ ਤੇ ਅੰਗਰੇਜ਼ਾਂ ਦੀ ਮਰਜ਼ੀ ਸੀ ਕਿ ਪਾਕਿਸਤਾਨ ਦੇ ਨਾਲ ਹਿੰਦੁਸਤਾਨ ਸਿੱਖ ਰਹਿਣ। ਪਰ ਜਦੋਂ ਉਹ ਸਥਿਤੀ ਬਣੀ ਸੀ ਵੀ ਇਹ ਦੋਨੋਂ ਪਾਕਿਸਤਾਨ ਚ ਹਿੰਦੁਸਤਾਨ ਨਾਲ ਰਹਿਣ, ਪਰ ਜਦੋਂ ਹਿੰਦੁਸਤਾਨ ਦੇ ਆਗੂਆਂ ਨੇ ਸਿੱਖਾਂ ਨੂੰ ਮਨਾ ਲਿਆ ਤਾਂ ਵੱਡਾ ਗੱਲ, ਬੜੀ ਵੱਡੀ ਜਿਹੜੀ ਬੇਸਿਕ ਗੱਲ ਸੀ, ਬੇਸਿਕ ਸੀਗਾ ਕਿ ਬੇਸਿਕ ਨੈਰੇਟਿਵ ਜਿਹੜਾ ਸੀ ਨਾ ਸਿਰਜਿਆ ਗਿਆ ਹਿੰਦੁਸਤਾਨ ਦੇ ਨਾਲ ਰਿਲੇਸ਼ਨ ਆ, ਉਹ ਪੈਰਾਡਾਈਮ ਹੀ ਜਿਹੜਾ ਸੀਗਾ ਉਹ ਹੀ ਨੁਕਸਦਾਰ ਹੋ ਗਿਆ। ਉਹ ਪੈਰਾਡਾਈਮ ਸਿੱਖਾਂ ਨੂੰ ਐਜ਼ ਏ ਪੋਲੀਟੀਕਲ ਸਟੇਟ ਦੇ ਵਾਰਸ ਦੇ ਤੌਰ ਤੇ ਮੰਨ ਕੇ ਅਗਰ ਚੱਲੇ ਤਾਂ ਉਹ ਝਗੜਾ ਜਿਹੜਾ ਰੀਆਰਗਨਾਈਜੇਸ਼ਨ ਦਾ ਸਟੇਟ ਸੀਗੀ ਔਨ ਦਾ ਬੇਸਿਸ ਆਫ ਲੈਂਗੁਏਜਸ, ਉਹਦੇ ਚ ਉਹ ਸਥਿਤੀ ਬਣਨੀ ਨਹੀਂ ਸੀ। ਦੂਸਰੀ ਗੱਲ ਇਹ ਹੈ ਕਿ ਜਦੋਂ ਜੇ ਅਕਾਲੀਆਂ ਨੇ ਮੰਨ ਲਿਆ ਕਿ ਸਾਨੂੰ ਪੰਜਾਬ ਨੂੰ ਬੇਸਿਸ ਕਰਕੇ ਲੈਂਗੁਏਜ ਨੂੰ ਬਣਾਤਾ ਜਾਵੇ, ਜਿਵੇਂ ਅਰਜਨ ਜੀ ਕਹਿੰਦੇ ਨੇ ਕਿ ਸਿੱਖ ਮੈਜੋਰਿਟੀ ਏਰੀਆ ਬਣਾਉਣ ਦੀ ਇੱਛਾ ਸੀਗੀ ਉਹਨਾਂ ਦੀ, ਪਰ ਉਸ ਸਮੇਂ ਫਿਰ ਪੰਜਾਬ ਦਾ ਜ਼ੋਰ ਕਿਉਂ ਲਵਾਇਆ ਗਿਆ? ਅੱਜ ਜਦੋਂ 75 ਸਾਲ ਸਾਡੇ ਸਾਹਮਣੇ ਨੇ ਤਾਂ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਇਹ ਪੰਜਾਬ ਦੇ ਲੋਕਾਂ ਦਾ ਜ਼ੋਰ ਕਿਉਂ ਲਵਾਇਆ ਗਿਆ ਕਿ ਉਹ ਇੰਨਾ ਸੰਘਰਸ਼ ਲੜਨ ਦੇ ਬਾਵਜੂਦ ਵੀ ਅੱਜ ਜਿਹੜੀ ਸਟੇਟ ਹੈ ਉਹ ਡਿਸਟਰਬ ਹੈ। ਸੋ ਉਹ ਅਗਰ 47 ਦਾ ਪੁਆਇੰਟ ਤੋਂ ਬਾਅਦ ਆਉਂਦਾ ਤੇ 66 ਦਾ ਪੁਆਇੰਟ ਆਉਂਦਾ ਕਿ ਜਦੋਂ ਜਿਵੇਂ ਦੱਸਿਆ ਅਰਜਨ ਜੀ ਨੇ ਕਿ ਲਾਲ ਬਹਾਦਰ ਸ਼ਾਸਤਰੀ ਦੇ ਇੰਟਰਵੈਂਸ਼ਨ ਤੇ ਉਹ ਜਦੋਂ ਪੰਜਾਬੀ ਸੂਬਾ ਬਣਿਆ ਤੇ ਉਸ ਤੋਂ ਬਾਅਦ ਡੈਥ ਤੋਂ ਬਾਅਦ ਇੰਦਰਾ ਗਾਂਧੀ ਤੇ ਗੁਲਜ਼ਾਰੀ ਲਾਲ ਨੰਦਾ ਨੇ ਇਸ ਨੂੰ ਰੀਆਰਗਨਾਈਜ਼ ਕੀਤਾ ਤਾਂ ਉਹਦੇ ਵਿੱਚ ਫਿਰ ਇੱਕ ਬੇਸਿਕ ਲਕੂਨਾ ਰਹਿ ਗਿਆ ਕਿ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ, ਪਾਣੀ ਦਾ ਮਸਲਾ ਸਾਰਾ ਮੈਲੀਫਾਈਡ ਇੰਟੈਂਸ਼ਨ ਦੇ ਨਾਲ ਪੰਜਾਬ ਤੋਂ ਖੋਹ ਲਏ ਗਏ, ਭਾਵੇਂ ਯੂਨਿਟ ਟੈਰੀਟਰੀ ਬਣ ਗਏ। ਅੱਜ ਜਦੋਂ ਅਸੀਂ 50 ਸਾਲ ਬਾਅਦ ਐਨਾਲਿਸਿਸ ਕਰਦੇ ਮੈਡਮ ਤਾਂ ਸਾਡੇ ਸਾਹਮਣੇ ਇੱਕ ਬੜੀ ਗੱਲ ਸਪਸ਼ਟ ਆਉਂਦੀ ਹੈ ਕਿ ਜੋ ਕੇਂਦਰ ਸਰਕਾਰ ਦੀ ਪੰਜਾਬ ਦੇ ਸਿੱਖਾਂ ਦਾ ਪੰਜਾਬ ਦੇ ਨਾਲ ਡੀਲ ਕਰਨ ਦੀ ਨੀਤੀ ਸੀ, ਉਹਦੇ ਵਿੱਚ ਕਿਤੇ ਨਾ ਕਿਤੇ ਖੋਟ ਸੀ ਇਹ ਕਿ ਸਿੱਖਾਂ ਨੂੰ ਜਾਂ ਪੰਜਾਬ ਨੂੰ ਡਿਸਟਰਬ ਰੱਖਿਆ ਜਾਏ ਔਰ ਇਸ ਦੇ ਨਾਲ ਕਿ ਇਹ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਪੰਜਾਬ ਦੇ ਹਿੰਦੁਸਤਾਨ ਦੇ ਉੱਤੇ ਰਾਜ ਕਰਦੇ ਰਹੀਏ। ਦੂਸਰੀ ਗੱਲ ਬੜੀ ਇੰਪੋਰਟੈਂਟ ਹੈ ਜਿਹੜੀ ਕਿ ਅਰਜਨ ਜੀ ਨੇ ਕਹੀ ਹੈ, ਉਹ ਬੜੀ ਪਕੜਨ ਵਾਲੀ ਹੈ ਕਿ ਪੰਜਾਬ ਜਿਹੜਾ ਹੈ ਇੱਕ ਸਿਵਲਾਈਜੇਸ਼ਨ ਪੋਲੀਟੀਕਲ ਸਟੇਟ ਹੋਣ ਦੇ ਨਾਤੇ ਹਿੰਦੁਸਤਾਨ ਦੇ ਦੂਜੇ ਪੋਲੀਟੀਕਲ ਸਿਨੈਰੀਓ ਨੂੰ ਪ੍ਰਭਾਵਿਤ ਕਰਦਾ ਹੈ। ਪ੍ਰਭਾਵਿਤ ਇਸੇ ਕਰਕੇ ਦਾ ਇਹਦਾ ਪਿੱਛੇ ਇੱਕ ਇਤਿਹਾਸ ਖੜਾ ਹੈ, ਬੜੀਆਂ ਜੰਗਾਂ ਦਾ ਲੜੀਆਂ ਹਿੰਦੁਸਤਾਨ ਦੀਆਂ ਜਿਹੜੀਆਂ ਸਾਰੀਆਂ ਬਾਹਰਲੇ ਸੂਬੇ ਦੇ ਆਉਂਦੇ ਰਹੇ। ਤਾਂ ਉਸ ਨਾਲ ਕੀ ਹੈ ਕਿ ਪੰਜਾਬ ਨੂੰ ਇੱਕ ਤਰ੍ਹਾਂ ਦਾ ਸਪੈਸ਼ਲ ਕੇਸ ਸਮਝ ਕੇ ਡੀਲ ਕਰਨਾ ਚਾਹੀਦਾ ਸੀਗਾ ਤਾਂ ਜੋ 1966 ਦੇ ਵਿੱਚ ਜਦੋਂ ਸਥਿਤੀ ਬਣੀ ਤਾਂ ਇੱਕ ਲੜਾਈ ਜਿਹੜਾ ਸਿੱਖ ਵਿੱਚ ਬੜੀ ਵੱਡੀ 2 ਦਿਨ ਦੇ ਵਿੱਚ ਸਥਿਤੀ ਬਣੀ ਹੈ, ਇੱਕ ਗੁਲਾਮੀ ਤੋਂ ਬਾਅਦ ਦੂਜੀ ਗੁਲਾਮੀ, ਤਾਂ ਅੱਜ ਸਾਡੇ ਸਾਹਮਣੇ ਆ ਰਹੀ ਹੈ ਕਿ ਇੱਕ ਲੜਾਈ ਤੋਂ ਬਾਅਦ ਦੂਜੀ ਲੜਾਈ ਔਰ ਦੂਜੀ ਲੜਾਈ ਤੀਜੀ ਲੜਾਈ ਚਲੀ ਗਈ। ਸੋ ਲੜਾਈਆਂ ਦਾ ਇਤਿਹਾਸ ਹੈ ਨਾ ਜੀ, ਉਹਦੇ ਵੀ ਉਹਦਾ ਸਾਰਾ ਰਿਜ਼ਲਟ ਹੈ। ਦੂਸਰੀ ਗੱਲ ਇਹ ਹੁੰਦੀ ਹੈ ਮੈਨੂੰ ਕਿ ਜਦੋਂ ਤੁਸੀਂ ਕਿਸੇ ਸਥਿਤੀ ਦੇ ਕਾਰਨ ਖਤਮ ਨਾ ਕਰੋ, ਅਗਰ ਕਾਰਨ ਤੁਸੀਂ ਪੂਰੀ ਤਰ੍ਹਾਂ ਸੀਰੀਅਸਲੀ ਐਡਰੈਸ ਨਹੀਂ ਕਰਦੇ ਤੇ ਕਾਰਨਾਂ ਦੇ ਜਿਹੜੇ ਕੁਝ ਖਤਮ ਨਹੀਂ ਕਰਦੇ ਤਾਂ ਉਹ ਕਾਰਨ ਬਣੇ ਰਹਿੰਦੇ ਨੇ, ਉਹ ਕਿਸੇ ਨਾ ਕਿਸੇ ਰੂਪ ਵਿੱਚ ਰੁਕ ਜਾਂਦੇ। ਜਿਵੇਂ ਰੀਜ਼ਨ ਨੇ ਜਦ ਤੱਕ ਉਹਨਾਂ ਦਾ ਸੋਲੂਸ਼ਨ ਨਹੀਂ ਹੁੰਦਾ ਉਹ ਦੁਆਰਾ ਖੜੇ ਹੁੰਦੇ ਨੇ ਕਾਰਨ, ਜਿਹਨੂੰ ਅਸੀਂ ਕਹਿੰਦੇ ਥਿਊਰੀ ਆਫ ਅੰਡਰਕਰੰਟ, ਵੀ ਸਤਾ ਦੇ ਹੇਠਾਂ ਕਿ ਐਸਾ ਰੈਵੋਲੂਸ਼ਨ ਪਲਦਾ ਰਹਿੰਦਾ ਜਿਹੜਾ ਕਿ ਕਿਤੇ ਨਾ ਕਿਤੇ ਆ ਕੇ ਇਵੈਂਟ ਮਿਲ ਜਾਂਦਾ ਉਸ ਨੂੰ। ਸੋ ਮੈਂ ਸਮਝਦਾ ਕਿ ਕੇਂਦਰ ਸਰਕਾਰ ਨੇ ਔਰ ਅਕਾਲੀ ਦਲ ਨੇ, ਮੈਂ ਅਕਾਲੀ ਦਲ ਨੂੰ ਉਸ ਵਿੱਚ ਜ਼ਿੰਮੇਵਾਰ ਠਹਿਰਾਉਣਾ, ਕਿਉਂਕਿ ਗੱਲ ਬੜੀ ਸਪਸ਼ਟ ਹੈ ਕਿ ਜੇਕਰ ਪੰਜਾਬੀ ਸੂਬਾ ਬਣ ਗਿਆ ਸੀ ਤਾਂ ਜਦੋਂ ਪੰਜਾਬ ਸੰਘਰਸ਼ ਦੀ ਜਿਹੜਾ ਸੱਤਾ ਦੀ ਰਾਜਨੀਤੀ ਸਟਰਾਂਸਫਰ ਹੋਇਆ, ਦੇਖੋ ਨਾ 66 ਦੇ ਵਿੱਚ ਛਿੜਿਆ ਗਿਆ, 67 ਦੇ ਵਿੱਚ ਗੁਰਨਾਮ ਸਿੰਘ ਪਹਿਲੇ ਚੀਫ ਮਿਨਿਸਟਰ ਬਣੇ ਔਰ ਉਹਨਾਂ ਨੇ ਮਤਲਬ ਸੱਤਾ ਲਈ ਹੰਡਾਉਣਾ ਸ਼ੁਰੂ ਕਰਤਾ, ਸੱਤਾ ਨੂੰ ਐਜ਼ ਏ ਮੀਨਸ ਨਹੀਂ ਵਰਤਿਆ, ਸਾਧਨ ਦੇ ਤੌਰ ਤੇ ਕਿ ਉਹ ਜੋ ਪੰਜਾਬ ਦੀ ਮੰਗਾਂ ਰਹਿ ਗਈਆਂ ਨੇ ਜਾਂ ਜੋ ਮੈਨੀਫੈਸਟੋ ਇੰਟੈਂਸ਼ਨ ਕੇਂਦਰ ਸਰਕਾਰ ਦੇ ਸਾਹਮਣੇ ਆ ਗਈ ਸੀ, ਉਸ ਦੇ ਖਿਲਾਫ ਲੜ ਕੇ ਸਿੱਖਾਂ ਦਾ ਜਿਹੜਾ ਪ੍ਰਭਾਵ ਹੈ ਜਾਂ ਸਿੱਖਾਂ ਦੀ ਜਿਹੜੀ ਆਪਾਂ ਕੌਨਫੀਡੈਂਸ ਕਹਿ ਸਕਦੇ ਹਾਂ, ਜਿਹਨੂੰ ਜਨ ਨਿਰਦੇਸ਼ ਮਿਲਦਾ ਹੈ, ਉਹਨੂੰ ਬਣਾ ਕੇ ਰੱਖਦੇ। ਸੋ ਮੈਂ ਸਮਝਦਾ ਕਿ ਇੱਕ ਪਾਸੇ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ, ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਤੇ ਦੂਸਰੀ ਗੱਲ ਹੈ ਕਿ 1950 ਦੇ ਵਿੱਚ ਜੋ ਕਨਸਟੀਟਿਊਸ਼ਨ ਬਣਿਆ ਉਹਦੇ ਵਿੱਚ 3 ਤਰ੍ਹਾਂ ਦੇ ਅਧਿਕਾਰ ਬਣਾਏ, ਸੈਂਟਰ ਦਾ ਵੱਖਰਾ, ਸਟੇਟ ਦਾ ਵੱਖਰਾ ਤੇ
ਵਿਚਕਾਰ ਕੰਕਰੈਂਟ ਲਿਸਟ ਹੈ, ਉਹ ਤਿੰਨਾਂ ਦੇ ਉੱਤੇ ਪੂਰੀ ਤਰ੍ਹਾਂ ਪਹਿਰਾ ਨਹੀਂ ਦਿੱਤਾ ਗਿਆ, ਜਿਹਨੂੰ ਕਿ ਫੈਡਰਲ ਸਟਰਕਚਰ ਵੀ ਕਿਹਾ ਜਾਂਦਾ ਹੈ। ਉਹ ਫੈਡਰਲ ਸਟਰਕਚਰ ਨੂੰ ਹੀ ਜੇਕਰ ਅਸੀਂ ਰੀਅਲ ਜੈਨੂਅਲ ਫੈਡਰਲ ਸਟਰਕਚਰ ਨੂੰ ਅਗਰ ਲੈ ਕੇ ਜਾਂਦੇ ਤਾਂ ਮੇਰੇ ਖਿਆਲ ਸਾਰੀਆਂ ਸਟੇਟਾਂ ਦੇ ਮਸਲੇ ਹੱਲ ਹੋ ਜਾਣੇ ਸੀ। ਦੂਸਰੀਆਂ ਸਟੇਟਾਂ ਨੇ ਤਾਂ ਕਰ ਲਿਆ, ਤਾਮਿਲਨਾਡੂ ਨੇ ਕਰ ਲਿਆ, ਸਾਊਥਰਨ ਸਟੇਟਾਂ ਨੇ ਕਰ ਲਿਆ, ਨਾਰਥ ਈਸਟ ਨੇ ਕਰ ਲਿਆ, ਪਰ ਪੰਜਾਬ ਨਹੀਂ ਕੰਪਰੋਮਾਈਜ਼ ਕਰ ਸਕਿਆ। ਦਿਸ ਇਜ਼ ਦ ਬੇਸਿਕ ਪੁਆਇੰਟ ਆਫ ਡਿਸਟਰਬੈਂਸ ਕਿ ਪੰਜਾਬ ਫੈਡਰਲ ਸਟਰਕਚਰ ਨੂੰ ਜਿਹੜਾ ਕਮਜ਼ੋਰ ਕਰਤਾ ਜਾ ਰਿਹਾ ਹੈ, ਉਸ ਨੂੰ ਨਹੀਂ ਸੰਭਾਲ ਕਰ ਸਕਿਆ, ਉਹਨੂੰ ਬਣਾ ਨਹੀਂ ਸਕਿਆ, ਕੇਂਦਰ ਸਰਕਾਰ ਦੀ ਨੀਤੀ ਦਾ ਮੁਕਾਬਲਾ ਕਰਦਾ ਰਿਹਾ। ਦੂਸਰਾ 66 ਤੋਂ ਬਾਅਦ ਸੱਤਾ ਜਿਹੜੀ ਆਈ ਔਰ 25 ਸਾਲ ਜਾਂ 22-23 ਸਾਲ ਜੋ ਅਕਾਲੀਆਂ ਨੇ ਜਿਵੇਂ ਦੱਸਿਆ ਚੀਫ ਮਿਨਿਸਟਰ ਬਣੇ, ਉਹਦੇ ਜੋ ਰਾਜ ਕੀਤਾ ਹੈ ਉਹਦੇ ਵਿੱਚ ਉਹ ਜੋ ਸਮੱਸਿਆਵਾਂ ਸਾਡੀਆਂ ਬਣੀਆਂ ਸੀ ਉਹਨਾਂ ਨੂੰ ਹੱਲ ਕਰਨ ਲਈ ਨਾ ਤਾਂ ਕੋਈ ਪੰਜਾਬ ਦਾ ਮਾਡਲ ਆਇਆ ਵਿਕਾਸ ਦਾ, ਨਾ ਹੀ ਪੋਲੀਟੀਕਲ ਮਾਡਲ ਆਇਆ, ਤੇ ਇਹ ਸਮੱਸਿਆਵਾਂ ਹੱਲ ਹੋਈਆਂ। ਅੱਜ ਉਹਦਾ ਨਤੀਜਾ ਨਿਕਲਦਾ ਹੈ ਕਿ ਅੱਜ 84 ਦਾ ਕੱਟ ਕੱਟ ਕੇ ਮਤਲਬ ਅੱਜ ਅਸੀਂ ਜਿਸ ਤੇ ਖੜੇ ਆ, ਇਹ ਪਿਛਲੀਆਂ ਸਾਰੀਆਂ ਸਥਿਤੀਆਂ ਨਾਲ ਪੀੜੀ ਸਥਿਤੀ ਬਣ ਗਈ ਹੈ। ਕਿਉਂਕਿ 75 ਜੋ ਤੁਸੀਂ ਪਿਛਲੇ ਕੱਲ 2-3 ਦਿਨ ਵਿੱਚ ਹਲਵਾਰ ਦੇਖਿਆ, ਤਿਰੰਗਾ ਯਾਤਰਾ ਆਈਆਂ, ਤਿਰੰਗਾ ਦਾ ਘਰ ਘਰ ਤਿਰੰਗਾ ਨਾਰਾ ਆਇਆ, ਇਹ ਸਾਰਾ ਕੁਝ ਹੋਇਆ। ਦੇਖੋ ਭਾਰਤ ਦੀਆਂ ਹੋਰ ਸਟੇਟਾਂ ਦੇ ਕਿਤੇ ਨੇ ਰਿਐਕਟ ਨਹੀਂ ਕੀਤਾ, ਲੇਕਿਨ ਪੰਜਾਬ ਵਿੱਚ ਹੀ ਰਿਐਕਸ਼ਨ ਹੋਇਆ, ਔਰ ਇੰਨਾ ਰਿਐਕਸ਼ਨ ਹੋਇਆ ਅੱਜ ਮਤਲਬ ਸਾਡੇ ਵੱਲ ਸੋਚਣ ਲਈ ਮਜਬੂਰ ਹੋ ਗਿਆ ਕਿ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾਏਗੀ, ਜਦੋਂ ਕਿ ਆਮ ਆਦਮੀ ਪਾਰਟੀ ਕੋਲ ਇਸ ਨੂੰ ਡੀਲ ਕਰਨ ਦਾ ਕੋਈ ਵਿਜ਼ਨ ਨਹੀਂ ਹੈ, ਕੋਈ ਇੱਛਾ ਸ਼ਕਤੀ ਨਹੀਂ ਹੈ, ਕੋਈ ਦ੍ਰਿਸ਼ਟੀਕੋਣ ਨਹੀਂ ਹੈਗਾ। ਸੋ ਮੈਂ ਸਮਝਦਾ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਡਿਸਟਰਬ ਹੈ, ਇਹ 'ਚ ਲੀਡਰਸ਼ਿਪ ਕ੍ਰਾਈਸਿਸ ਹੈ, ਅਕਾਲੀ ਦਲ ਦਾ ਕ੍ਰਾਈਸਿਸ ਹੈ, ਔਰ ਇਸ ਦੇ ਨਾਲ ਕਿ ਜਿਹੜੀਆਂ ਸੰਘਰਸ਼ੀ ਧਿਰਾਂ ਲੜ ਰਹੀਆਂ ਨੇ ਉਹਨਾਂ ਦਾ ਵੀ ਕ੍ਰਾਈਸਿਸ ਹੈ, ਜਿਹਦਾ ਦਲ ਖਾਸਾ ਜ਼ਿਕਰ ਕਰਾਂਗੇ ਅਸੀਂ ਅੱਗੇ ਜਾ ਕੇ। ਇਹ ਸਾਰਾ ਇਸ ਲਈ ਜੋ ਕ੍ਰਾਈਸਿਸ ਆ ਗਿਆ ਹੈ, ਇੱਕ ਪਾਸੇ ਕੇਂਦਰ ਸਰਕਾਰ ਦੀ ਜਿਹੜੀ ਹੈ ਹਿੰਦੂਤਵ ਦੀ ਨੀਤੀ, ਫੈਡਰਲ ਸਟਰਕਚਰ ਨੂੰ ਕਮਜ਼ੋਰ ਕਰਨ ਦੀ ਨੀਤੀ, ਔਰ ਪੰਜਾਬ ਦਾ ਡਿਸਟਰਬ ਹੋਣਾ, ਇਹ ਮੈਂ ਸਮਝਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਸ ਨੂੰ ਠੀਕ ਤਰ੍ਹਾਂ ਨਾ ਸੰਭਾਲਿਆ ਗਿਆ ਤੇ ਇਹਦੀਆਂ ਬੜੀਆਂ ਗਲਤ ਜਿਹੜੀਆਂ ਨਤੀਜੇ ਨਿਕਲ ਸਕਣਗੇ, ਜਿਹਦਾ ਕਿ ਪੰਜਾਬ ਵਾਸੀ ਨੂੰ ਭੁਗਤਣਾ ਪਊਗਾ। ਜੀ ਅਰਜੁਨ ਜੀ ਕੀ ਕਹਿੰਦੇ ਹੋ ਤੁਸੀਂ? ਹਰਸਿਮਰਨਜੀਤ ਸਿੰਘ ਜੀ ਨੇ ਜਿੱਦਾਂ ਦਾ ਐਨਾਲਿਸਿਸ ਕੀਤਾ ਹੈ ਉਹ ਲਗਭਗ ਠੀਕ ਹੀ ਗੱਲ ਉਹਨਾਂ ਨੇ ਕਹੀ ਹੈ, ਕੋਈ ਵੀ ਉਹਦੇ ਵਿੱਚ ਗੱਲ ਕਿੰਤੂ ਕਰਨ ਵਾਲੀ ਨਹੀਂ ਹੈ। ਅਸਲ ਦੇ ਵਿੱਚ ਕੀ ਸੀਗਾ ਕਿ ਸਿੱਖ ਕੌਮ ਨੂੰ ਸੀ ਕਿ ਅਗਰ ਸਾਡੀ ਵੱਲੋਂ ਨੇ ਰਾਜ ਕਰੇਗਾ ਤੇ ਉਹ ਰਾਜ ਉਦਾਂ ਦਾ ਕਰੇਗਾ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸ਼ਾਸਨ ਦੇ ਨਾਲ ਨਾਲ ਵਿਵਸਥਾਗਤ ਪਰਿਵਰਤਨ ਏਦਾਂ ਦੇ ਕੀਤੇ ਸੀ ਜਿਹਦੇ ਨਾਲ ਸਿੱਖਾਂ ਨੂੰ ਬਹੁਤ ਰਿਲੀਫ ਮਿਲੀ ਸੀ। ਇਕੱਲੇ ਸਿੱਖਾਂ ਨੂੰ ਨਹੀਂ, ਹਰ ਸਮਾਜ ਹਰ ਵਰਗ ਨੂੰ ਮਿਲੀ ਸੀ। ਉੱਥੇ ਕੋਈ ਵੀ ਐਸਾ ਇੱਕ ਵੀ ਵਿਅਕਤੀ ਨਹੀਂ ਸੀ ਜਿਹੜਾ ਕਹਿੰਦਾ ਸੀ ਕਿ ਜੀ ਮੈਨੂੰ ਰਿਲੀਫ ਨਹੀਂ ਹੈ, ਲੇਕਿਨ ਉਹਨਾਂ ਨੇ ਇੱਕ ਵਿਵਸਥਾਗਤ ਪਰਿਵਰਤਨ ਕੀਤਾ ਸੀ। ਤੁਸੀਂ ਦੇਖੋ ਕਿ ਦਰਬਾਰ ਸਾਹਿਬ ਦਾ ਜਿਹੜਾ ਸਟਰਕਚਰ ਹੈ ਉਹ ਉੱਥੇ ਹੀ ਸੀ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਉਹ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਸੀ ਔਰ ਉੱਥੇ ਬਹੁਤ ਘੱਟ ਲੋਕ ਜਾਂਦੇ ਸੀ, ਜੰਗਲ ਵਰਗਾ ਇਲਾਕਾ ਸੀ। ਉਹਨਾਂ ਨੇ ਕਿੰਨੀ ਦੂਰਦਰਸ਼ਤਾ ਵਰਤੀ ਉਸ ਵੇਲੇ ਕਿ ਨਾਲ ਜਿੰਨੀਆਂ ਥੋਕ ਦੀਆਂ ਬਾਜ਼ਾਰ, ਚਾਹੇ ਕਾਠੀ ਮਾਰਕੀਟ ਹੈ, ਚਾਹੇ ਸੁਨਿਆਰਾ ਬਾਜ਼ਾਰ ਸੀਗਾ, ਚਾਹੇ ਕਾਠੀਆਂ ਬਾਜ਼ਾਰ ਸੀਗਾ, ਇਹ ਸਾਰੀਆਂ ਥੋਕ ਦੀਆਂ ਮਾਰਕੀਟ ਜਿਹੜੀਆਂ ਸੀ ਇਹ ਸਰਕਾਰੀ ਲੈਂਡ ਉਹਨਾਂ ਨੇ ਫ੍ਰੀ ਦਿੱਤੀ ਵਪਾਰੀਆਂ ਨੂੰ ਕਿ ਉੱਥੇ ਜਾ ਕੇ ਤੁਸੀਂ ਬਣਾਓ ਔਰ ਉੱਥੇ ਕਾਰੋਬਾਰ ਕਰੋ। ਉਹਦੇ ਵਿੱਚ ਵਿਜ਼ਨ ਕੀ ਸੀ ਕਿ ਜਿਹੜਾ ਦੂਰੋਂ ਬੰਦਾ ਥੋਕ ਦਾ ਮਾਲ ਲੈਣ ਆਏਗਾ ਉਹ ਦਰਬਾਰ ਸਾਹਿਬ ਬਿਲਕੁਲ ਲਾਗੇ ਹੋਣ ਕਰਕੇ ਉੱਥੇ ਵੀ ਮੱਥਾ ਟੇਕਣ ਚਲ ਜਾਏਗਾ ਆਰਾਮ ਨਾਲ, ਔਰ ਉੱਥੇ ਕੋਈ ਨਾ ਕੋਈ ਗੋਲਕ ਚ ਪਾ ਕੇ ਆਏਗਾ ਤਾਂ ਕਿ ਗੁਰੂ ਘਰ ਦਾ ਸਿਲਸਿਲਾ ਚੱਲ ਸਕੇ। ਇਹ ਇੱਕ ਵਿਵਸਥਾਗਤ ਪਰਿਵਰਤਨ ਸੀ। ਰਾਜਾ ਪੈਸਾ ਆਪਣੇ ਕੋਲ ਦੇ ਸਕਦਾ ਸੀ, ਪਰ ਉਹਨਾਂ ਨੇ ਇੱਕ ਵਿਵਸਥਾ ਬਣਾਤੀ ਤਾਂ ਕਿ ਗੁਰੂ ਘਰ ਨੂੰ ਕਿਸੇ ਤੇ ਡਿਪੈਂਡ ਨਾ ਹੋਣਾ ਪਵੇ। ਔਰ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਵਪਾਰੀਆਂ ਦੀ ਸਹੂਲਤ ਲਈ ਗੁਜਰਾਤ ਤੋਂ ਔਰ ਮਹਾਰਾਸ਼ਟਰ ਤੋਂ ਇਹੋ ਜਿਹੇ ਖੋਮਚੇ ਵਾਲੇ ਸਪੈਸ਼ਲ ਮੰਗਾਏ ਜਿਹੜੇ ਪੰਜਾਬ 'ਚ ਅੰਮ੍ਰਿਤਸਰ ਨਾਲੋਂ ਇਲਾਵਾ ਹੋਰ ਕਿਤੇ ਨਹੀਂ ਮਿਲਦੇ, ਜਿਹੜੇ ਬਹੁਤ ਸਸਤਾ ਔਰ ਬਹੁਤ ਡਿਲੀਸ਼ੀਅਸ ਫੂਡ ਬਣਾ ਕੇ ਦਿੰਦੇ ਹੈ। ਅੱਜ ਵੀ ਉਹਨਾਂ ਬਾਜ਼ਾਰਾਂ ਵਿੱਚ 15 ਰੁਪਏ 20 ਰੁਪਏ ਦੇ ਵਿੱਚ ਆਦਮੀ ਬਹੁਤ ਹੀ ਡਿਲੀਸ਼ੀਅਸ ਔਰ ਐਕਸਕਲੂਸਿਵ ਖਾਣਾ ਖਾ ਸਕਦਾ। ਇਹ ਸਾਰੀ ਮਹਾਰਾਜਾ ਰਣਜੀਤ ਸਿੰਘ ਦੀ ਪਰਿਕਲਪਨਾ ਸੀ। ਇਹ ਤਾਂ ਇੱਕ ਛੋਟੀ ਜਿਹੀ ਚੀਜ਼ ਤਾਂ ਦੱਸੀ ਨਾ, ਬਹੁਤ ਵੱਡੇ ਪੈਮਾਨੇ ਤੇ ਉਹਨਾਂ ਨੇ ਇਹ ਕੀਤਾ ਸੀ। ਲੇਕਿਨ ਅਨਫੋਰਚੂਨੇਟਲੀ ਜੋ ਸੋਚ ਸਿੱਖਾਂ ਨੇ ਰੱਖੀ ਸੀ ਆਜ਼ਾਦੀ ਤੋਂ ਬਾਅਦ ਕਿ ਸਾਡੀ ਅਗਰ ਸੱਤਾ ਆਈ ਤੇ ਸਾਡੇ ਲੋਕ ਕੰਫਰਟੇਬਲ ਹੋਣਗੇ, ਉਹ ਕੰਫਰਟ ਜਿਹੜਾ ਸੀਗਾ ਨਾ ਉਹ ਕੰਫਰਟ ਲੈ ਗਏ ਅਕਾਲੀ ਜਾਂ ਜਿਹੜੇ ਸਿੱਖਾਂ ਦੇ ਨਾਂ ਤੇ ਸਿਆਸਤ ਕਰ ਗਏ, ਰਾਜ ਸੱਤਾ 'ਚ ਆ ਗਏ। ਉਹਨਾਂ ਨੇ ਕੰਫਰਟ ਜ਼ੋਨ ਆਪਣਾ ਬਣਾ ਲਿਆ। ਐਜ਼ ਏ ਸੋਸਾਇਟੀ ਕਿਸੇ ਦਾ ਕੁਝ ਐਸਾ ਨਹੀਂ ਕੀਤਾ। ਸੋਸਾਇਟੀ ਨੇ ਵਿਵਾਦਾਂ ਨੂੰ ਵਧਾਇਆ ਰੱਖਿਆ, ਸੋਸਾਇਟੀ ਨੂੰ ਗਰਮ ਕਰੀ ਰੱਖਿਆ, ਤੇਲ ਪਾਈ ਰੱਖਿਆ ਤਾਂ ਕਿ ਇਹ ਗਰਮ ਹੋਈ ਜਾਣ, ਬੋਲੀ ਜਾਣ, ਕੇਂਦਰ ਤੇ ਪ੍ਰੈਸ਼ਰ ਕਰਨ ਲਈ ਕੰਮ ਆਵੇ।
ਉਹ ਜਿਹੜੇ ਪ੍ਰਾਈਵੇਟ ਟੈਕਟਿਕ ਸੀਗੇ ਹੂੰ ਉਹ ਵਰਤੇ ਜਾਣੇ ਚਾਹੀਦੇ ਸੀ, ਲੇਕਿਨ ਉਹ ਪੰਜਾਬ ਦੇ ਹਿੱਤ ਵਿੱਚ ਹੋਣੇ ਚਾਹੀਦੇ ਸੀ। ਉਹ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਵਸਨੀਕਾਂ ਨੂੰ, ਜਿਹੜੇ ਕਿ ਗੁਰੂ ਦੀ ਧਰਤੀ ਦੇ ਵਸੇ ਹੈ, ਉਹਨਾਂ ਸਭ ਨੂੰ ਬਰਾਬਰ ਫਾਇਦਾ ਮਿਲਣਾ ਚਾਹੀਦਾ ਸੀ। ਲੇਕਿਨ ਫਾਇਦਾ ਉਹ ਆਪਣਾ ਇਕੱਲਾ ਇੰਡੀਵਿਜੂਅਲ ਲੈਵਲ ਤੇ ਲੈਂਦੇ ਗਏ। ਹਰਸਿਮਰਤ ਸਿੰਘ ਜੀ ਦਾ ਦਰਦ ਠੀਕ ਹੈ ਕਿ ਜੇ ਅਕਾਲੀਆਂ ਨੇ ਇਸ, ਹੁਣ ਤੁਸੀਂ ਦੇਖੋ ਪੰਜਾਬੀ ਸੂਬਾ ਬਣਨ ਤੋਂ ਬਾਅਦ, ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਸਟੇਜ ਇਹ ਸੀ ਕਿ 8 ਚੀਫ ਮਿਨਿਸਟਰ ਸੀ ਜਿਹੜੇ ਉਹ ਹਿੰਦੂ ਬਣੇ ਸੀ, ਭਾਵੇਂ ਬਦਲ ਕੇ ਬਣੇ ਸੀ। 3 ਵਾਰੀ ਭੀਮ ਸਿੰਘ ਸੱਚਰ ਬਣ ਗਏ, 2 ਵਾਰੀ, 3 ਵਾਰੀ ਗੋਪੀ ਚੰਦ ਭਾਰਗਵ ਬਣ ਗਏ, ਜਿਨ੍ਹਾਂ ਨਾਲ ਜਲੰਧਰ ਵਿੱਚ ਭਾਰਗਵ ਕੈਂਪ ਹੈ ਉਹਨਾਂ ਦੇ ਨਾਮ ਤੇ ਹੈ। ਔਰ ਫਿਰ ਕਾਮਰੇਡ ਰਾਮ ਕਿਸ਼ਨ ਬਣ ਗਏ। ਲੇਕਿਨ ਪੰਜਾਬੀ ਸੂਬਾ ਬਣਨ ਤੋਂ ਬਾਅਦ ਕੋਈ ਵੀ ਨੌਨ ਸਿੱਖ ਜਿਹੜਾ ਵਾ ਉਹ ਇਸ ਸਟੇਟ ਦਾ ਚੀਫ ਮਿਨਿਸਟਰ ਨਹੀਂ ਬਣ ਸਕਿਆ। ਔਰ ਕਾਂਗਰਸ ਨੇ ਜ਼ਿਆਦਾਤਰ ਰਾਜ ਕੀਤਾ, ਠੀਕ ਹੈ ਨਾ। ਇਹਦੇ ਸੰਬੰਧ ਵਿੱਚ ਅਗਰ ਇੱਕ ਤਰਕ ਦੇਣਾ ਚਾਹੀਏ ਤਾਂ ਉਹ ਤਰਕ ਮੇਰਾ ਖਿਆਲ ਹੈ ਕਿ ਹਰਸਿਮਰਤ ਸਿੰਘ ਜੀ ਦੇ ਗਲੇ ਉਤਰਨਾ ਚਾਹੀਦਾ ਹੈ ਕਿ ਸਿੱਖ ਤਾਂ ਸਿੱਖ ਹੀ ਹੈ ਨਾ, ਚਾਹੇ ਉਹ ਕਾਂਗਰਸ ਦਾ ਵਾ ਚਾਹੇ ਉਹ ਅਕਾਲੀਆਂ ਦਾ ਵਾ। ਜੇ ਸਿੱਖ ਦੀ ਸੱਤਾ ਰਹੀ ਹੈ ਹਮੇਸ਼ਾ ਤਾਂ ਫਿਰ ਸਿੱਖੀ ਦਾ ਖਿਆਲ ਕਿਉਂ ਨਹੀਂ ਰੱਖਿਆ ਗਿਆ? ਫਿਰ ਤੁਸੀਂ ਦੱਸੋ ਕਿ ਇਹੋ ਜਿਹੇ ਸਿੱਖ ਕਿੱਥੋਂ ਲੈ ਕੇ ਆਈਏ ਜਿਹੜੇ ਉਹਨਾਂ ਕੁਰਸੀਆਂ ਤੇ ਬਿਠਾ ਕੇ ਸਿੱਖੀ ਦਾ ਸੋਚਣ ਲਈ ਲਾਉਣ? ਇਹ ਫੈਕਟਰੀ ਕਿੱਥੇ ਲੱਗੀ ਹੋਈ ਹੈ, ਇਹ ਅਜੇ ਤੱਕ ਮੈਨੂੰ ਤਾਂ ਸਮਝ ਨਹੀਂ ਆਈ। ਪਰ ਹਰਸਿਮਰਤ ਸਿੰਘ ਜੀ ਬਹੁਤ ਸਿਆਣੇ ਹੈ, ਬਹੁਤ ਵਿਦਵਾਨ ਨੇ। ਇਹਨਾਂ ਨੇ ਦੁਨੀਆ ਭਰ ਦੀ ਧਰਮਾਂ ਦੀ ਫਿਲਾਸਫੀ ਨੂੰ ਇਸ ਤਰੀਕੇ ਨਾਲ ਐਨਾਲਿਸਿਸ ਕੀਤਾ ਔਰ ਦਰਜਨਾਂ ਕਿਤਾਬਾਂ ਲੱਗੀਆਂ ਨੇ। ਔਰ ਇਹਨਾਂ ਦੀ ਇੱਕ ਇੱਕ ਕਿਤਾਬ ਜਿਹੜੀ ਹੈ ਉਹਦੀ ਕੀਮਤ ਬਾਅਦ ਆਏਗੀ, ਮੇਰਾ ਦਾਵਾ ਹੈ, ਕਿਉਂਕਿ ਉਹ 'ਚ ਬਹੁਤ ਖੂਬਸੂਰਤ ਐਨਾਲਿਸਿਸ ਹੈ। ਔਰ ਮੈਂ ਸਮਝਦਾ, ਮੈਂ ਆਪਣੀ ਉਮਰ ਦੇ ਵਿੱਚ 55 ਸਾਲ ਦੀ ਮੇਰੀ ਉਮਰ ਹੋ ਗਈ ਹੈ, 34 ਸਾਲ 35 ਸਾਲ ਮੈਨੂੰ ਪੜ੍ਹਦੇ ਲਿਖਦੇ ਹੋ ਗਏ ਆ, ਕਿਤਾਬਾਂ ਵੀ। ਏਦਾਂ ਦੀ ਕਿਸੇ ਵੀ ਸਿੱਖ ਵਿਦਵਾਨ ਨੇ ਰਚਨਾ ਨਹੀਂ ਕੀਤੀ ਜਿੱਦਾਂ ਹੀ ਰਚਨਾ ਸਰਦਾਰ ਹਰਸਿਮਰਤ ਸਿੰਘ ਵੱਲੋਂ ਕੀਤੀ ਹੋਈ ਹੈ ਜੀ। ਬਹੁਤ ਵਿਦਵਾਨ ਨੇ। ਇਹ ਮੈਨੂੰ ਸਰਦਾਰ ਸਾਹਿਬ ਉਹ ਫੈਕਟਰੀ ਕਿੱਥੋਂ ਲੱਭੀਏ ਜਿੱਥੋਂ ਸਾਬਕ ਸੂਰਜ ਸਿੱਖ ਲੈ ਕੇ ਆਈਏ ਔਰ ਉਹ ਪੰਥ ਦਾ, ਦੇਸ਼ ਦਾ, ਪੰਜਾਬ ਦਾ, ਹਰ ਪੰਜਾਬ ਦੇ ਵਾਸੀ ਦਾ ਭਲਾ ਕਰੇ ਜੀ। ਹਰਸਿਮਰਨ ਜੀ। ਹਾਂਜੀ ਮੈਂ ਮਹਿਸੂਸ, ਮੈਂ ਅਰਜਨ ਜੀ ਦਾ ਬਹੁਤ ਧੰਨਵਾਦ ਆ, ਉਹਨਾਂ ਨੇ ਇਸ ਚੀਜ਼ ਨੂੰ ਬੜਾ ਮੈਨੂੰ ਕੰਪਲੀਮੈਂਟ ਦਿੱਤੇ ਨੇ, ਬਹੁਤ ਸੋਹਣਾ ਸੋਜੂ। ਲੇਕਿਨ ਮੈਂ ਮਹਿਸੂਸ ਕਰਦਾ ਜੀ ਕਿ ਦੇਖੋ ਪੰਜਾਬ ਜਿਹੜਾ ਹੈ ਨਾ ਜੀ, ਉਹ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਬੜੀ ਲਾਈ ਬੋਲੇ ਨੇ, ਪੰਜਾਬ ਜੀ ਦਾ ਗੁਰਾਂ ਦੇ ਨਾਂ ਤੇ। ਜਿਹੜੀ ਸਿੱਖ ਪੰਥ ਦੀ, ਜਿਹੜੀ ਸਿੱਖਾਂ ਦੀ ਜਿਹੜੀ ਬਾਈਫਰਕੇਸ਼ਨ, ਡਿਵੀਜ਼ਨ ਹੋ ਗਈ ਨਾ ਜੀ, ਔਰ ਉਹ ਜਿਸਲੇ 18ਵੀਂ ਸਦੀ ਦੇ ਵਿੱਚ ਸਿੱਖ ਹੁੰਦਾ ਸੀ, ਪੰਜਾਬ ਦੇ ਨਾਲ ਪੂਰਾ ਪਿਆਰ ਕਰਦਾ ਸੀ, ਠੀਕ ਹੈ ਨਾ, ਹੁਣ ਵੀ ਪਿਆਰ ਕਰਦੇ ਨੇ, ਐਸੀ ਗੱਲ ਨਹੀਂ ਹੈ। ਲੇਕਿਨ 45 ਤੋਂ ਬਾਅਦ ਜੋ ਇਹਦੇ ਵਿੱਚ ਸਾਰੀਆਂ ਡੈਮੋਗ੍ਰਾਫਿਕ ਚੇਂਜਿਸ ਆਈਆਂ ਜਾਂ ਡੈਮੋਗ੍ਰਾਫਿਕ ਸਥਿਤੀ ਬਣੀ, ਉਹਦੇ ਵਿੱਚ ਕੇਂਦਰ ਸਰਕਾਰ ਨੇ ਇਸ ਗੱਲ ਮਹਿਸੂਸ ਕਰ ਲਿਆ ਸੀਗਾ ਕਿ ਪੰਜਾਬ ਨੂੰ ਅਗਰ ਅਸੀਂ ਆਪਣੇ ਕੰਟਰੋਲ 'ਚ ਰੱਖਣਾ ਹੈ ਜਾਂ ਪੰਜਾਬ ਨੂੰ ਅਗਰ ਅਸੀਂ ਆਪਣੇ ਉਸ ਪ੍ਰੋਬਲਮ ਤੱਕ ਨਹੀਂ ਜਾਣ ਦੇਣਾ ਤਾਂ ਸਿੱਖ ਚੀਫ ਮਿਨਿਸਟਰ ਜ਼ਰੂਰ ਦਿਓ। ਇਹ ਆਫਟਰ 66 ਤੋਂ ਬਾਅਦ ਗੱਲ ਹੈ। ਲੇਕਿਨ ਸਵਾਲ ਇਹ ਹੈ ਕਿ ਜਿਹੜੀ ਸਟਰੀਮ ਵਿਚਾਰਧਾਰਕ ਲੜਾਈ ਹੈ, ਇੱਥੇ ਦਾ ਵਿਚਾਰਧਾਰਕ ਲੜਾਈ ਵਿੱਚ ਇਨਵੋਲਵ ਹੋ ਜਾਂਦੀ ਹੈ ਤਾਂ ਉਸ ਦੇ ਵਿੱਚ ਕੇਂਦਰ ਸਰਕਾਰ ਜਿਹੜੀ ਹੈ ਪੰਜਾਬ ਦੇ ਉੱਤੇ ਹਮੇਸ਼ਾ ਕੰਟਰੋਲ ਰੱਖਣ ਦਾ, ਚਾਹੇ ਸਰਕਾਰ ਹੈ, ਚਾਹੇ ਬੀਜੇਪੀ ਤੇ ਚਾਹੇ ਹਿੰਦੂਤਵ ਪਾਰਟੀ ਹੈ, ਉਹਨਾਂ ਦਾ ਯਤਨ ਇਹ ਹੈ ਕਿ ਪੰਜਾਬ ਨੂੰ ਕੰਟਰੋਲ ਕਰਨਾ। ਕਿਉਂਕਿ ਇਹ ਪਿਛਲੇ 300 ਸਾਲ ਦਾ ਮੈਂ ਕਰਦਾ ਕਿ ਕੇਂਦਰ ਸਰਕਾਰ ਵਾਸਤੇ, ਚਾਹੇ ਜ਼ਕਰੀਆ ਖਾਨ ਵੇਲੇ ਸੀਗਾ, ਚਾਹੇ ਮੀਰ ਮੰਨੂ ਵੇਲੇ ਸੀਗਾ ਤੇ ਚਾਹੇ ਅੰਗਰੇਜ਼ਾਂ ਵੇਲੇ ਸੀਗਾ, ਇਹ ਬੜੀ ਵੱਡੀ ਹਿਸਟਰੀ ਹੈ। ਅੱਜ ਅਗਰ ਅਸੀਂ ਉਸ ਹਿਸਟਰੀ 'ਚ ਬੈਠਦੇ ਹਾਂ ਤਾਂ ਕੇਂਦਰ ਸਰਕਾਰ ਦਾ ਇੰਟੈਲੀਜੈਂਸ ਹੈ, ਉਹ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਸਿੱਖਾਂ ਨੂੰ ਕਿਵੇਂ ਆਪਾਂ ਪਲੈਕੇਟ ਕਰਕੇ ਜਾਂ ਸਿੱਖਾਂ ਨੂੰ ਸੈਂਟਰ ਦੇ ਨਾਲ ਜੋੜ ਕੇ ਰੱਖਣਾ ਹੈ। ਲੇਕਿਨ ਅਕਾਲੀ ਦਲ ਤੋਂ ਇਲਾਵਾ ਦੂਸਰੀਆਂ ਫੋਰਸਿਸ ਨੇ, ਉਹ ਫੋਰਸਿਸ ਉਹ ਉਸ ਫੇਸ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਜਿਹੜਾ ਕਿ ਸੰਘਰਸ਼ੀਲ ਫੇਸ ਹੈ। ਪੰਜਾਬ ਹਮੇਸ਼ਾ ਡਿਸਟਰਬ, ਜਿਵੇਂ ਕਹਿੰਦੇ ਪੰਥ ਪ੍ਰਕਾਸ਼ ਲਿਖਿਆ, ਰਾਜ ਕਰੇ ਇੱਕ ਲੜ ਮਰੇ ਹੈ, ਮਤਲਬ ਰਾਜ ਕਰਨਾ ਸਿੱਖ ਮਾਨਸਿਕਤਾ ਦੇ ਵਿੱਚ ਪਿਆ ਹੈ ਵੀ ਉਹਨਾਂ ਦੇ ਕਿ ਪੰਜਾਬ ਜਿੰਦਾ ਦੇ ਨਾਂ ਤੇ ਗੁਰੂ ਵਿਚਾਰਧਾਰਾ ਤੇ ਪੰਜਾਬ ਨੂੰ ਪੰਜਾਬੀ ਜਿਹੜੀ ਮਾਨਸਿਕਤਾ, ਸਿੱਖ ਮਾਨਸਿਕਤਾ ਹੀ ਰੀਡ ਕਰੇਗੇ। ਇਹ ਬੇਸਿਕ ਡਿਫਰੈਂਸ ਹੈ ਬਿਟਵੀਨ ਕਾਂਗਰਸੀ ਸਿੱਖ, ਕਮਿਊਨਿਸਟ ਸਿੱਖ, ਹਿੰਦੂਤਵੀ ਸਿੱਖ ਐਂਡ ਆਮ ਆਦਮੀ ਪਾਰਟੀ ਦੇ ਸਿੱਖ। ਸੋ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਆਮ ਆਦਮੀ ਪਾਰਟੀ ਜਾਂ ਪ੍ਰਤਾਪ ਸਿੰਘ ਕੈਰੋਂ ਜਾਂ ਪਹਿਲਾਂ ਉਸ ਤੋਂ ਬਾਅਦ ਦਰਬਾਰਾ ਸਿੰਘ, ਉਹਨਾਂ ਨੂੰ ਸਿੱਖ ਮਾਨਸਿਕਤਾ ਨੇ ਕਿਉਂ ਨਹੀਂ ਅਡਾਪਟ ਕੀਤਾ? ਅੱਜ ਭਗਵੰਤ ਸਿੰਘ ਮਾਨ ਨੂੰ ਵੀ ਕਿਉਂ ਅਡਾਪਟ ਕੀਤਾ ਜਾ ਰਿਹਾ? ਸਵਾਲ ਇਹ ਹੈ ਕਿ ਪਿਛਲੇ ਸਿੱਖ ਜਿਹੜਾ ਸੰਘਰਸ਼ ਹੈ ਉਹ ਪਿਛਲੇ 47 ਤੋਂ ਬਾਅਦ ਲੜਦਾ, ਕਿਉਂਕਿ ਸਾਰੀ ਸਮੱਸਿਆਵਾਂ 47 ਤੋਂ ਬਾਅਦ ਪੈਦਾ ਹੋਈਆਂ ਨੇ, ਇਹ ਗੱਲ ਸਾਨੂੰ ਸਪਸ਼ਟ ਲੈਣਾ ਚਾਹੀਦਾ ਹੈ। ਔਰ ਉਸ ਨੂੰ ਕਿਵੇਂ ਕਰਨਾ ਹੈ, ਇਹ ਲਗਾਤਾਰ ਵਕਤ ਜਿਹੜੇ ਪ੍ਰਧਾਨ ਮੰਤਰੀ ਨੇ ਔਰ ਪੰਜਾਬ ਦੇ ਚੀਫ ਮਿਨਿਸਟਰ ਹੱਲ ਕਰਦੇ ਰਹੇ ਨੇ। ਸਵਾਲ ਪੈਦਾ ਹੁੰਦਾ ਕਿ ਜਦੋਂ ਅੱਜ ਸੰਘਰਸ਼ੀਲ ਜਿਹੜਾ ਚਿਹਰਾ ਹੈ
पंथ का या सिख पंथ की लड़ाई संघर्षी लड़ाई है और वो लड़ी जा रही है और प्रकाश सिंह बादल के खिलाफ भी लड़ी जाती है। जो आप कहते 50 साल इस परिवार ने पंजाब उत्ते अपना दबदबा कायम किया सन 70 तो लैके 2020 तक 50 साल की एक उन्होंने बैलेंस शीट है, एक बैलेंस शीट संघर्ष दी है कि उन्होंने 67 किवें संघर्ष लड़िया, 78 का साका किवें आया, एमरजेंसी का माहौल बनया, मनुखी अधिकारों लिए प्रकाश सिंह बादल के नाल संत लोंगोवाल के नाल सारे ने लड़े। उस तो बाद 78 फिर आता है, यानी अज की जी सारी स्थिति है 78 का बेस है, जो संघर्षशील है 78 तो 84 तक एक सैगमेंट बन गई है और 84 तो 95 तक दूसरी सैगमेंट जो खाड़कू संघर्ष। तीसरा सैगमेंट 97 तो बनता है प्रकाश सिंह बादल पीरियड, अमरिंदर सिंह पीरियड और उस तो आम आदमी पार्टी पीरियड है। लेकिन फिर यह सवाल पैदा होता है कि जो बेदबी का मसला आया, सिरसा वाले मुद्दे का मुद्दा आया, गुरमीत राम आया, या 84 का मुद्दा आया, या 78 का आया, ये सारे एक कॉमन सेंस ये है कि सिख जी संघर्षशील मानसिकता है वो किसी रूप में अपने वेंट लभदी रही है, चाहे भिंडरांवाला है, चाहे दल खालसा है, चाहे उस पंथक कमेटियां ने या बद खालसा चब्बा कॉन्फ्रेंस है, गाड़ी मोर्चा है, आज कलाम मोर्चा है, यानी संघर्षशील तिर लगातार डिस्टर्ब है। अकाली दल राज करदा अकाली दल न्यूट्रलाइज हो गया जो प्रकाश सिंह बादल सुखबीर बादल हरसिमरत सिंह जी मैं कुछ कहना चाहता जी। एक मिनट मेरा हरसिमरत सिंह जी अर्जुन शर्मा जी कहना चाहते हैं ਤੁਹਾਡੀ ਗੱਲ ਦੇ ਵਿੱਚ ਕੁਝ ਐਡ ਕਰਨਾ ਚਾਹੁੰਦੇ ਆ। अर्जुन जी एक मिनट ਤੁਹਾਡੀ ਗੱਲ ਦੇ ਵਿੱਚ ਕਹਿਣਾ ਚਾਹੁੰਦੇ ਆ। यस 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 ਗੱਲ ਇਹ ਹੈ ਕਿ ਤੁਸੀਂ ਜਿੱਦਾਂ ਕਲਪਨਾ ਕੀਤੀ ਕਿ ਸਿੱਖ ਫੇਸ ਨੂੰ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਜੋ ਫਲਸਫਾ ਹੈ ਉਹਦੇ ਹਿਸਾਬ ਨਾਲ ਚੱਲ ਕੇ ਪੂਰੇ ਪੰਜਾਬ ਦਾ ਭਲਾ ਕਰਨਾ ਚਾਹੀਦਾ ਸੀ। ਤੁਸੀਂ ਦੇਖੋ ਕਿ ਸਾਡੀ ਇਹਨਾਂ ਲੀਡਰਾਂ ਦੇ ਮੁਕਾਬਲੇ ਸਾਡੀ ਪੰਜਾਬ ਦੀ ਸੰਗਤ ਜਿਹੜੀ ਹੈ ਔਰ ਪੰਜਾਬ ਦਾ ਵੋਟਰ ਜਿਹੜਾ ਕਿੰਨਾ ਸਿਆਣਾ ਹੈ ਕਿ ਜਦੋਂ ਉਹਨਾਂ ਨੇ ਦੇਖਿਆ ਕਿ ਬਾਈਬਲ ਕਲਕ ਮਾਮਲੇ ਵਿੱਚ ਜਾਂ ਸੱਚੇ ਸੌਦੇ ਵਾਲੇ ਮਾਮਲੇ ਦੇ ਵਿੱਚ ਬਾਦਲਾਂ ਨੇ ਕੋਈ ਏਦਾਂ ਦਾ ਕੰਮ ਨਹੀਂ ਕੀਤਾ ਜਿਹੜਾ ਕਿ ਇੱਕ ਸਿੱਖ ਸਰਕਾਰ ਨੂੰ ਕਰਨਾ ਚਾਹੀਦਾ ਸੀ ਤੇ ਉਹਨਾਂ ਨੇ ਇਹੋ ਜਿਹਾ ਪੁੰਜਿਆ ਵਾ ਕਿ ਦੂਜੀ ਵਾਰੀ ਚੱਕ ਕੇ ਥੱਲੇ ਛੱਡ ਦਿੱਤਾ। ਇਹਦਾ ਮਤਲਬ ਇਹ ਹੈ ਕਿ ਸਾਡਾ ਸਮਾਜ ਬਿਲਕੁਲ ਅੰਨਾ ਬੋਲਾ ਨਹੀਂ ਹੈ, ਸਾਡਾ ਸਮਾਜ ਬਿਲकुल ऐसा नहीं है कि आशा कोई नहीं ਸਾਡੇ ਤੋਂ, ਸਾਡੀ ਲੀਡਰਸ਼ਿਪ ਤੋਂ ਆਸ਼ਾ ਨਹੀਂ ਹੈ, ਸਾਨੂੰ ਕੋਈ ਨਵੀਂ ਲੀਡਰਸ਼ਿਪ ਐਸੀ ਲੈਣੀ ਚਾਹੀਦੀ ਹੈ। ਮੈਂ ਤਾਂ ਉਹ ਪੁੱਛਿਆ ਸੀ ਕਿ ਤੁਸੀਂ ਵਿਦਵਾਨ ਹੋ, ਉਹ ਫੈਕਟਰੀ ਦੱਸੋ ਜਿੱਥੇ ਏਦਾਂ ਦੇ ਸਿੱਖ ਬਣਦੇ ਆ, ਉੱਥੇ ਹੀ ਰਹਿ ਗਏ ਜਾ ਕੇ। थैंक यू वेरी मच, थैंक यू वेरी मच ਜੀ। ਪਹਿਲਾਂ ਜਿਵੇਂ ਤੁਸੀਂ ਆਪ ਕਿਹਾ ਕਿ 1970 ਤੋਂ ਲੈ ਕੇ 2020 ਤੱਕ 50 ਸਾਲ ਦਾ ਐਕਸਪੀਰੀਅੰਸ ਰਿਹਾ ਅਕਾਲੀ ਦਲ ਦੇ ਕੋਲ ਔਰ ਵੱਡਾ ਇਹਨਾਂ ਦਾ ਖਾਕਾ ਸੀਗਾ, ਪਰ ਅੱਜ ਇਹਨਾਂ ਕੋਲ ਮਾਤਰ 3 ਸੀਟਾਂ ਹੀ ਰਹਿ ਗਈਆਂ ਨੇ। ਲੋਕਾਂ ਨੇ ਬੁਰੇ ਤਰੀਕੇ ਦੇ ਨਾਲ ਇਹਨਾਂ ਦਾ ਝਾੜੂ ਫੇਰਿਆ, ਆਪਾਂ ਇਹ ਸਾਫ਼-ਸਾਫ਼ ਕਹਿ ਸਕਦੇ ਹਾਂ। ਤਾਂ ਫਿਰ ਉਹੀ ਸਵਾਲ ਜਿਹੜਾ ਅਰਜੁਨ ਸ਼ਰਮਾ ਜੀ ਤੁਹਾਨੂੰ ਪੁੱਛ ਰਹੇ ਨੇ, ਆਪਾਂ ਉਹਦੇ ਤੇ ਆਨੇ ਆ ਕਿ ਕਈ ਵਾਰ ਸਿੱਖ ਜਿਹੜੇ ਨੇ ਚੀਫ ਮਿਨਿਸਟਰ ਬਣੇ ਨੇ ਤੇ ਫਿਰ ਉਹਨਾਂ ਨੇ ਸਿੱਖਾਂ ਦੇ ਮਸਲਿਆਂ ਦਾ ਹੱਲ ਕਿਉਂ ਨਹੀਂ ਕੀਤਾ ਔਰ ਦੇਸ਼ ਦੇ ਵਿੱਚ ਇੱਕ ਸਿੱਖ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਨੇ। नहीं ये देखो एक बड़ी गल है जी, जब जी आप उस रूट काज नूं पकड़ रहे हैं कि अज जी पंजाब दे विच डिस्टर्बेंस है, जो सिख माइंड डिस्टर्ब है और ਉਹਦੇ ਵਿੱਚ ਉਹਦੀ ਕਾਰਨ ਕੀ ਹੈ। बेसिकली कारण मैं जो महसूस करदा कि ਜਿਹੜੀ ਸਾਡੀ ਸੰਘਰਸ਼ੀਲ ਧਿਰਾਂ ਰਹੀਆਂ ਨਾ ਜੀ, ਜਿਹੜੀ ਮੈਂ 3 ਕਾਲਖੰਡ ਗੱਲ ਕੀਤੀ ਹੈ, ਇਹਨਾਂ ਸੰਘਰਸ਼ੀਲ ਧਿਰਾਂ ਜਿਹੜੀਆਂ ਨੇ ਉਹ ਆਪਣਾ ਜਿਹੜਾ ਸੱਤਾਧਾਰੀ ਜਿਹੜੇ ਅਰਥ ਨਹੀਂ ਲੱਭ ਸਕੀਆਂ। ਉਹ ਜਿਵੇਂ ਮਤਲਬ 78 ਲੈ ਕੇ 84 ਤੱਕ ਸੱਤਾ ਵਾਸਤੇ ਆਉਣ ਵਾਸਤੇ ਉਹਨਾਂ ਨੇ ਨਾ ਸੋਚਿਆ, ਨਾ ਉਹਦੀ ਮਤਲਬ ਪ੍ਰਾਇੋਰਟੀ ਫਿਕਸ ਕੀਤੀ ਤੇ ਨਾ ਹੀ ਉਹ ਉਸਨੂੰ ਉਸ ਮੁਤਾਬਕ ਕੰਮ ਕਰ ਸਕੀਆਂ। ਭਿੰਡਰਾਂਵਾਲਾ ਡਿਪੈਂਡ ਕਰਦੇ ਰਿਹਾ ਅਕਾਲੀ ਦਲ ਤੇ, ਠੀਕ ਹੈ ਨਾ ਜੀ, ਗੁਰਚਰਨ ਸਿੰਘ ਟੌੜਾ ਤੇ ਜਗਦੇਵ ਸਿੰਘ ਤਲਵੰਡੀ ਤੇ ਸੰਤ ਲੌਂਗੋਵਾਲ ਤੇ। ਭਿੰਡਰਾਂਵਾਲਾ ਦਾ ਜਦੋਂ ਡਿਮਾਈਸ ਹੋ ਜਾਂਦਾ ਹੈ ਜਾਂ ਸੰਘਰਸ਼ੀ ਨਵੇਂ ਰੂਪ ਚ ਉਤਰਦਾ ਹੈ ਤਾਂ ਵੀ ਉਹ ਧਿਰਾਂ अपनी राज करने वास्ते प्रायोरिटी नहीं फिक्स कर सकियां, कोई पोलिटिकल पार्टी नहीं आई। तुहानूं याद होएगा कि जो पंजाब दे विच जिहड़ा खाड़कू संघर्ष बड़ा सिखर ते सीगा तां केंद्र सरकार पंथक कमेटियां नाल डिस्कस करदी रही है, डायलॉग करवांदी रही है, हरमिंदर सिंह संधू नाल चलांदी रही है, जिहड़ा अज दा रजिंदर सिंह ये सारा ग्रुप उदों ये रेलेवेंट सीगा। जदों वो भी नहीं चल सकी, जब पंजाब की सत्ता उन्हां कोल नहीं आई तां उहदे चों प्रकाश सिंह बादल की सत्ता निकली। उस तो पहला चोणां दा बाईकाट किया गया। तुसीं देखो ना सन 99 दे जदों जो गल करदे ने एलिमेंट पुछदा है उहदा जिहड़ी संघर्षशील धिरां ने उहदा जिहड़ा पोलिटिकल जिहड़ा एस्पैक्ट हुंदा है उस वास्ते सत्ता च आउणा हुंदा उहनां ने। 1991 जदों सत्ता च आउण वास्ते
ਫੈਡਰੇਸ਼ਨ ਦਾ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਰਾਈਸ ਹੁੰਦਾ ਹੈ, ਉਹ ਜਿਹੜੀਆਂ ਆਉਣ ਵਾਲੇ ਬੜੀ ਸਪੈਸਿਫਿਕ ਗੱਲ ਕਿ ਦੂਸਰੇ ਦਿਨ ਹੀ ਚੋਣਾਂ ਹੋਣੀਆਂ ਸੀ, ਉਹਦੇ ਚ ਉਹਨਾਂ ਨੇ ਪਾਰਟੀ ਨੇ ਸੱਤਾ ਚ ਆ ਜਾਣਾ ਸੀਗਾ, ਲੇਕਿਨ TN ਸੈਸ਼ਨ ਨੇ ਲਾਸਟ ਨਾਈਟ ਦੇ ਵਿੱਚ ਉਹ ਚੋਣਾਂ ਕੈਂਸਲ ਕਰਕੇ ਇੱਕ ਨਵੀਂ ਸਮੱਸਿਆ ਖੜੀ ਕਰ ਦਿੱਤੀ। ਉਸ ਤੋਂ ਬਾਅਦ ਜਦੋਂ 92 ਚ ਇਹਨਾਂ ਨੇ ਚੋਣ ਦਾ ਬਾਈਕਾਟ ਕਰ ਦਿੱਤਾ ਅਕਾਲੀ ਦਲ ਦੇ ਸਿੱਖ ਫੈਡਰੇਸ਼ਨ ਨੇ, ਸਾਰੀ ਸੰਘਰਸ਼ੀ ਤਰ੍ਹਾਂ ਨੇ। ਸੋ ਮੈਂ ਕਹਿੰਦਾ ਕਿ ਜਿਹੜਾ ਸੱਤਾ ਚ ਆਉਣ ਦਾ ਪੱਖ ਹੈ ਉਹ ਬੜਾ ਇੰਪੋਰਟੈਂਟ ਹੈ। ਅੱਜ ਸੰਘਰਸ਼ੀ ਧਿਰਾਂ ਇਹ ਮਹਿਸੂਸ ਕਰਦੀਆਂ ਨੇ ਕਿ ਸੰਘਰਸ਼ ਪੰਜਾਬ ਦੇ ਅਧਿਕਾਰਾਂ ਲਈ ਅਸੀਂ ਲੜ ਰਹੇ ਹਾਂ, ਸ਼ਹੀਦੀਆਂ ਅਸੀਂ ਕਰਵਾਈਆਂ, ਕੁਰਬਾਨੀਆਂ ਅਸੀਂ ਕੀਤੀਆਂ, ਲੇਕਿਨ ਰਾਜ ਕਰਦੇ ਅਕਾਲੀ ਦਲ, ਕਾਂਗਰਸ ਜਾਂ ਆਮ ਆਦਮੀ ਪਾਰਟੀ ਆ ਗਈ। ਜਦੋਂ ਇਸ ਵੇਲੇ ਉਹਨਾਂ ਕੋਲ I agree with Arjun ji, ਦਾ ਮਾਈਂਡ ਬੜਾ ਫਰਟਾਈਲ ਮਾਈਂਡ ਹੈ, ਡਾਇਨਾਮਿਕ ਮਾਈਂਡ ਹੈ, ਸੋਚ ਸਮਝ ਡਿਪਲੋਮੈਟਿਕ ਮਾਈਂਡ ਵੀ ਹੈਗਾ ਕਿ ਜਦੋਂ ਆਪ ਨਹੀਂ ਕਰ ਸਕੇ ਤੇ ਬਦਲਾਅ ਲਿਆਉਣਾ ਨੇ। ਜਦੋਂ ਉਹਨਾਂ ਨੇ ਦੇਖਿਆ ਅਕਾਲੀ ਦਲ ਨਹੀਂ ਕਰ ਸਕਿਆ, ਅਮਰਿੰਦਰ ਸਿੰਘ ਨਹੀਂ ਕਰ ਸਕਿਆ, ਉਹਨਾਂ ਨੇ ਤੀਜੀ ਪਾਰਟੀ ਲਿਆਂਦੀ। ਹੁਣ ਇਹਦੇ ਚ ਲੇਕਿਨ ਗੱਲ ਤੇ ਕਾਮਨ ਜਿਹਨੂੰ ਆਪਾਂ HCF ਕਹਿੰਦੇ ਆ, ਉਹਦੇ ਤੱਕ ਸੱਤਾ ਹੈ ਨਾ ਜੀ, ਸੱਤਾ ਇਹ ਤੇਰ ਆਉਣੀ ਚਾਹੁੰਦੀ ਹੈ, ਸੱਤਾ ਚ ਕੋਈ ਆ ਜਾਏ। ਜਾਂ ਹੁਣ ਵੀ ਦੇਖੋ ਕਹਿੰਦੇ ਆ ਕਿ ਇਹਨਾਂ ਕੋਲ ਆਪਣੇ ਪਾਰਟੀ ਆਉਣ ਵਾਲੇ ਸਮੇਂ ਚ ਇੱਕ ਵਾਰ ਉਹਨੇ ਬਦਲਾਅ ਲਿਆਂਦਾ, ਲੇਕਿਨ ਆਉਣ ਵਾਲੇ ਸਮੇਂ ਚ ਵੀ ਜੀ ਅਰਜੁਨ ਸ਼ਰਮਾ ਜੀ, ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਪਾ ਰਹੀ ਹੈ। ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਗੱਲ ਸੁਣੀ ਹੈ, ਉਹ ਕਹਿ ਰਹੇ ਨੇ ਕਿ ਜੀ ਕਹਿ ਰਹੇ ਨੇ ਬਹੁਤ ਅੱਛੀ ਗੱਲ ਕਹੀ, ਮੈਂ ਸੁਣੀ ਉਹਨਾਂ ਦੀ ਗੱਲ ਸਾਰੀ। ਅਸਲ ਦੇ ਵਿੱਚ ਇਹ ਵਿਦਵਾਨਾਂ ਦੀ ਇਹ ਬੜੀ ਤਰਾਸਦੀ ਹੈ ਕਿ ਇਹ ਲੋਕ ਬਹੁਤ ਅੱਛੇ ਕਲਪਨਾਸ਼ੀਲ ਲੋਕ ਨੇ, ਇਹ ਅੱਛੇ ਭਵਿੱਖ ਦੀ ਕਲਪਨਾ ਕਰਦੇ ਆ, ਇਹ ਅੱਛੇ ਸਮਾਜ ਦੀ ਕਲਪਨਾ ਕਰਦੇ ਆ, ਪਰ ਸਿਆਸਤ ਜਿਹੜੀ ਹੈ ਉਹ ਸਿਆਸਤ ਕਦੇ ਵੀ ਵਿਦਵਾਨਾਂ ਵਾਂਗੂ ਨਹੀਂ ਸੋਚਦੀ ਹੁੰਦੀ। ਸਿਆਸਤ ਦੇ ਵਿੱਚ ਸਿਰਾਂ ਦੀ ਗਿਣਤੀ ਹੁੰਦੀ, ਦਿਮਾਗਾਂ ਦੀ ਨਹੀਂ ਹੁੰਦੀ। ਇਸ ਕਰਕੇ ਸਿਆਸਤ ਵਾਲਿਆਂ ਨੇ ਹਮੇਸ਼ਾ ਸਾਨੂੰ ਨਿਰਾਸ਼ ਕੀਤਾ ਹੈ। ਗੱਲ ਅਗਰ ਇਹ ਕਰੀਏ ਕਿ ਜਿਹੜੀ ਸੰਘਰਸ਼ ਵਾਲੀ ਫੋਰਸ ਵਿੱਚ, ਹਾਂਜੀ, ਉਸ ਸੰਘਰਸ਼ ਵਾਲੀ ਫੋਰਸ ਵਿੱਚੋਂ ਵੀ ਜੇ ਸਿਮਰਨਜੀਤ ਸਿੰਘ ਮਾਨ ਆਇਆ ਤੇ ਉਹ ਕਮਲਿਆਂ ਵਾਲੀਆਂ ਗੱਲਾਂ ਕਰਦਾ ਰਿਹਾ, ਉਹਨੇ ਅੱਜ ਤੱਕ ਕੋਈ ਕੰਮ ਦੀ ਗੱਲ ਨਹੀਂ ਕੀਤੀ ਜਾਣੀ। ਉਹ ਹੁਣ ਦੇਖੋ ਉਹ ਸਰਦਾਰ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਕਹਿ ਰਹੇ ਉਹ ਅੱਤਵਾਦੀ ਨੇ। ਜੀ ਬਿਲਕੁਲ, ਗੱਲ ਇਹ ਹੈ ਕਿ ਕੌਣ ਅੱਤਵਾਦੀ ਹੈ ਕੌਣ ਨਹੀਂ ਹੈ। ਦਾ ਕੀ ਕਾਰਨ ਲੱਗਦਾ ਤੁਹਾਨੂੰ? ਇਹੀ ਸਾਡਾ ਕ੍ਰਾਈਸਿਸ ਹੈ ਇਹ ਤਾਂ ਸਮਾਜ ਜਾਣਦਾ ਕਿ ਕੌਣ ਉਹਦਾ ਹੀਰੋ ਹੈ। ਦੇਖੋ ਗੱਲ ਇਹ ਹੈ ਗੁਰੂ ਗੋਬਿੰਦ ਸਿੰਘ ਮੇਰੇ ਹੀਰੋ ਹੈ, ਬਾਬਾ ਨਾਨਕ ਜੀ ਮੇਰੇ ਲਈ ਸਭ ਤੋਂ ਪੂਜਨੀय ਹੈ। ਕੋਈ ਜੋ ਮਰਜ਼ੀ ਕਹਿ ਲਵੇ, ਮੈਂ ਨਹੀਂ ਮੰਨਾਂਗਾ। ਮੈਂ ਉਹਨਾਂ ਨੂੰ, ਮੈਂ ਆਪਣੀ ਆਸਥਾ ਤੇ ਖੜਾ ਵਾਂ। ਜੇ ਭਗਤ ਸਿੰਘ ਮੇਰਾ ਹੀਰੋ ਹੈ ਤਾਂ ਮੇਰਾ ਹੀਰੋ ਹੈ। ਮੈਂ ਨਹੀਂ ਮੰਨਦਾ ਸਿਮਰਨਜੀਤ ਸਿੰਘ ਮਾਨ ਆਵੇ ਜਾਂ ਉਹਦਾ ਨਾਨਾ ਅਰੂੜ ਸਿੰਘ ਆ ਕੇ ਕਹਿ ਦੇਵੇ, ਸਾਨੂੰ ਉਹਨਾਂ ਕੋਈ ਫਰਕ ਨਹੀਂ ਪੈਂਦਾ। ਅਰੂੜ ਸਿੰਘ ਨੇ ਤਾਂ ਪਹਿਲਾਂ ਵੀ ਜਨਰਲ ਡਾਇਰ ਨੂੰ ਉੱਥੇ ਸਨਮਾਨਿਤ ਕਰ ਦਿੱਤਾ ਸੀ ਦਰਬਾਰ ਅਕਾਲ ਤਖਤ ਤੇ, ਜਦੋਂ ਬੁਰਾ ਹੁੰਦਾ ਸੀ ਗੋਲੀ ਕਾਂਡ ਤੋਂ ਬਾਅਦ। ਉਸ ਵੇਲੇ ਤਾਂ ਕੀ ਅਸੀਂ ਕਹਿਣਾ ਵਾ। ਲੇਕਿਨ ਸਵਾਲ ਇਹ ਹੈ ਕਿ ਅੱਜ ਸੰਘਰਸ਼ ਕਰਨ ਦੀ ਥਾਂ ਤੇ ਉਸ ਸੰਘਰਸ਼ ਨਾਲ ਸਮਾਜ ਨੂੰ ਵੀ ਇੱਕ ਨਵੇਂ ਸਿਆਪੇ 'ਚ ਪਾਉਣ ਦੀ ਥਾਂ ਤੇ ਅਸੀਂ ਕਿਤੇ ਲੀਡਰਸ਼ਿਪ ਵਾਲੇ ਪਾਸੇ ਤੁਰੀਏ ਔਰ ਇੱਕ ਲੀਡਰਸ਼ਿਪ ਐਸੀ ਪਹਿਲਾਂ ਤਿਆਰ ਕਰੀਏ ਜਿਹੜੀ ਚਾਣਕਿਆ ਨੇ ਕੀਤੀ ਸੀ। ਚਾਣਕਿਆ ਨੇ ਇੱਕ ਲੀਡਰਸ਼ਿਪ ਤਿਆਰ ਕੀਤੀ ਸੀ ਔਰ ਉਸ ਲੀਡਰਸ਼ਿਪ ਨੂੰ ਉਹਨੇ ਖਾਣ ਪੀਣ ਸੌਣ ਤੱਕ ਦੀ ਆਪਣੀ ਡਾਇਰੈਕਸ਼ਨ ਥੱਲੇ ਰੱਖਿਆ ਸੀ। ਔਰ ਜਦੋਂ ਹਿੰਦੁਸਤਾਨ ਨੂੰ ਇੱਕ ਕਰਨ ਦੀ ਵਾਰੀ ਆਈ ਸੀ, ਉਹਨੇ ਉਸ ਸ਼ਖਸੀਅਤ ਨੂੰ ਦਬਾ ਕੇ ਕੰਨ ਪਕੜ ਕੇ ਕੰਮ ਲਿਆ ਸੀ। ਕੋਈ ਏਦਾਂ ਦੇ ਚਾਹੀਦੇ ਹੈ ਜਿਹੜੇ ਉਹ ਚਾਣਕਿਆ ਵਰਗੀ ਸ਼ਖਸੀਅਤ ਵਰਗੇ ਸਿੱਖ ਜਰਨੈਲ ਹੋਣ ਔਰ ਜਿਹੜੇ ਚੰਦਰਗੁਪਤ ਵਰਗੇ ਲੜਨ ਵਾਲੇ ਔਰ ਵਚਨ ਪੂਰਾ ਕਰਨ ਵਾਲੇ ਬੰਦੇ ਹੋਣ। ਜੀ ਹਰਸਿਮਰਨ ਜੀ, ਮੈਂ ਮਹਿਸੂਸ ਕਰਦਾ ਹਾਂ ਜੀ ਮੈਡਮ ਜੀ, ਦੇਖੋ ਪਿਛਲੇ 50 ਸਾਲ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ, ਸਿਮਰਨਜੀਤ ਸਿੰਘ ਮਾਨ ਜਿਹੜਾ ਹੈ 1999 ਦੇ ਉਸ ਟਰਮਾਇਲ ਚੋਂ ਨਿਕਲਦਾ ਹੈ ਅਕਾਲ ਤਖਤ ਸਾਹਿਬ ਦੇ ਰਾਹੀਂ, ਜਿੱਥੇ ਕਿ ਉਸ ਲੀਡਰਸ਼ਿਪ ਦੀ ਲੋੜ ਸੀਗੀ। ਮਹਿਸੂਸ ਕਰ ਸਕਦਾ ਹੈ ਕਿ ਇਹ ਜਿਹੜਾ ਸਾਡਾ ਸਾਰਾ ਸੰਘਰਸ਼ੀਲ ਚੈਪਟਰ ਹੈ ਪੰਜਾਬ ਦਾ, ਪੰਜਾਬ ਸਿਆਸਤ ਦਾ, ਇਹ ਡਿਸਟਰਬ ਹੈ ਕਿਉਂਕਿ ਇਹਨਾਂ ਨਾਲ ਲੀਡਰਸ਼ਿਪ ਮਿਲੀ ਤਾਂ ਉਹ ਕੇਂਦਰ ਸਰਕਾਰ ਨੇ ਜਾਂ ਪਿੰਡਰਾਂ ਵਾਲਿਆਂ ਨੇ ਜੋ ਹੋਰ ਸਾਰੀ ਕਮੇਟੀਆਂ ਜਿਹੜੀ ਬਣੀਆਂ, ਉਹ ਲੀਡਰਸ਼ਿਪ ਪੈਰਿਸ਼ ਹੋ ਗਈ ਹਾਲਾਤ ਦੀ ਗਰਦਿਸ਼। ਠੀਕ ਹੈ ਜੀ, ਉਹ ਸਿਮਰਨਜੀਤ ਸਿੰਘ ਮਾਨ ਉਸ ਮੁਤਾਬਕ ਨਹੀਂ ਪੂਰਾ ਉਤਰਦਾ, ਫਿਰ ਸਾਡਾ ਇੱਕ ਮਿਰਗ ਤ੍ਰਿਸ਼ਨ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਮਿਰਾਜ ਹੈ। ਇਹ ਲੀਡਰ ਸਾਡੀ ਪੂਰੀ ਕਰੇਗਾ। ਸਿਮਰਨਜੀਤ ਸਿੰਘ ਮਾਨ ਅੱਜ ਜੇਕਰ ਉਹ ਦੁਬਾਰਾ ਰਾਈਜ਼ ਹੋਇਆ ਤਾਂ ਉਹ ਜਿਹੜੀ ਇੱਕ ਬਦਲਵੀਂ ਰਾਜਨੀਤੀ ਅਕਾਲੀ ਦਲ ਦੀ ਰਾਜਨੀਤੀ ਚਾਹੀਦੀ ਹੈ, ਉਹਦੇ ਚ ਪੂਰਾ ਨਹੀਂ ਉਤਰ ਰਿਹਾ। ਇਹਨੇ ਜਿਹੜੇ ਸਾਈਡ ਤੇ ਜਿਹੜੇ ਨੌਨ ਇਸ਼ੂ ਨੂੰ ਇਸ਼ੂ ਬਣਾ ਕੇ ਆਪਣੀ ਜਿਹੜੀ 3 ਮਹੀਨੇ 4 ਮਹੀਨੇ ਜੋ ਆਮ ਆਦਮੀ ਪਾਰਟੀ ਦੇ ਸਮਝਦੇ ਆ ਕਿ ਇੱਕ ਜਿਹੜਾ ਭੁਲੇਖਾ ਦੂਰ ਹੋਇਆ ਹੈ, ਤਾਂ ਸਿਮਰਨਜੀਤ ਸਿੰਘ ਮਾਨ ਦੀ ਲੀਡਰਸ਼ਿਪ ਕ੍ਰਾਈਸਿਸ ਆ ਗਈ ਨਾ ਜੀ। ਸੋ ਮੈਂ ਸਮਝਦਾ ਕਿ
ਇਸ ਲਈ ਜਿਹੜਾ ਦੇਖੋ 1984 ਦੇ ਵਿੱਚ ਜੋ 1978 ਜੋ ਸਾਕਾ ਹੋਇਆ ਸੀ, ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੱਸਦਾ ਕਿ 1978 ਜੋ ਸਥਿਤੀ ਬਣੀ, ਉਸ 78 ਸਥਿਤੀ ਦੇ ਵਿੱਚ ਅਸੀਂ ਉਹਦੇ ਰਿਐਕਟ ਕੀਤਾ ਕਿ ਇਸ ਲਈ ਲੀਡਰਸ਼ਿਪ ਬਦਲਾਅ ਚਾਹੀਦਾ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਨਹੀਂ ਸੀ ਕਰ ਰਿਹਾ, ਤਾਂ ਅਸੀਂ ਦਲ ਖਾਲਸਾ ਬਣਾਇਆ ਜੀ। ਇਹ ਗੱਲ 1978 ਦੀ ਹੈ। ਅਸੀਂ ਦਲ ਖਾਲਸਾ ਜੋ ਬਣਾਇਆ ਸੀ ਉਹ ਇਸ ਕਰਕੇ ਗਜਿੰਦਰ ਸਿੰਘ ਜਿਹੜੇ ਪਾਕਿਸਤਾਨ ਬੈਠੇ ਨੇ ਜਾਂ ਹੋਰ ਜੋ ਲੋਕ ਸੀਗੇ, ਅਸੀਂ ਦਲ ਖਾਲਸਾ ਉਸ ਬਦਲਾਅ ਨੂੰ ਇੱਕ ਸ਼ਬਦ ਬੋਲ ਤੇ ਪਾਰਟੀ ਦੇਣ ਦਾ ਯਤਨ ਕੀਤਾ 6 ਅਗਸਤ 1978 ਨੂੰ ਅਕਾਲਗੜ੍ਹ ਗੁਰਦੁਆਰਾ ਸੈਕਟਰ 6 ਚੰਡੀਗੜ੍ਹ ਦੇ ਵਿੱਚ। ਸਾਡਾ ਦਲ ਖਾਲਸਾ ਉਹਨੇ ਜਿਸ ਤਰੀਕੇ ਨਾਲ ਅਸੀਂ ਪੋਲੀਟੀਕਲੀ ਵਰਕ ਕੀਤਾ, ਵੀ ਆਰ ਆਲ ਐਜੂਕੇਟਡ ਪਰਸਨ, ਅਸੀਂ ਸਾਰਿਆਂ ਨੇ ਉਸ ਸੰਘਰਸ਼ ਨੂੰ ਛੱਡ ਕੇ ਨਾਲ ਪੋਲੀਟੀਕਲ ਲੜਾਈ ਲੜੀ, ਪੋਲੀਟੀਕਲ ਆਰਗੇਨਾਈਜ਼ ਕਰਨ ਦਾ ਯਤਨ ਕੀਤਾ। ਔਰ ਬੜੇ ਵਿਦਵਾਨਾਂ ਦੇ ਵਿੱਚ ਸਮੀਰ ਸਿੰਘ ਆਹਲੂਵਾਲੀਆ ਤੇ ਹੋਰ ਉਸ ਸਮੇਂ ਜਿਹੜੇ ਵਿਦਵਾਨ ਸੀਗੇ, ਉਹਨਾਂ 'ਚ ਇਹ ਗੱਲ ਚਰਚਾ ਚੱਲ ਪਈ ਸੀ ਕਿ ਦਲ ਖਾਲਸਾ ਕੈਨ ਪ੍ਰੂਵ ਐਜ਼ ਐਨ ਆਲਟਰਨੇਟਿਵ ਟੂ ਅਕਾਲੀ ਦਲ, ਅਕਾਲੀ ਪੋਲਿਟਿਕਸ। ਪਾਰਟੀ ਬਣਿਆ ਗਿਆ ਸੀ ਉਸ ਵੇਲੇ ਕੀ ਅਕਾਲੀ ਪੋਲਿਟਿਕਸ, ਜਰਨੈਲ ਸਿੰਘ ਭਿੰਡਰਾਂਵਾਲੇ ਦੀ ਪਾਰਟੀ ਨੇ ਇਹ ਤਾਂ ਨਹੀਂ ਕਿ ਉਹ ਦਲ ਖਾਲਸਾ ਨੂੰ ਉਸ ਵੇਲੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਪਾਰਟੀ ਬਣਿਆ ਗਿਆ ਸੀ। ਭਿੰਡਰਾਂਵਾਲਾ जी हरसिमरन जी कह रहे हैं कि मैं देखो आई विटनेस से पिंडरा नहीं देखो वो पिंडा वाला बनाया ਸੀ ਪਿੰਡਾਂ ਨੇ ਦੇਖ ਦਲ ਖਾਲਸਾ ਪਹਿਲਾਂ 78 ਚ ਬਣ ਜਾਂਦਾ ਹੈ, ਲੇਕਿਨ ਬਾਅਦ ਚ ਇਹਨਾਂ ਦੋ ਜਿਹੜੀ ਸ਼ਕਤੀਆਂ ਉੱਭਰੀਆਂ ਦਲ ਖਾਲਸਾ ਤੇ ਪਿੰਡਾਂ ਵਾਲਾ ਨਾਮ ਕੀਤਾ ਗਿਆ ਕਿ ਕਾਂਗਰਸ ਨੇ ਅਕਾਲੀ ਦਲ ਨੂੰ ਸ਼ਾਮਲ ਹੈ। ਵਿਦਵਾਨ ਇਹ ਹੈ ਕਿ ਕੰਸਟੀਚੁਐਂਸੀ ਸੀ, ਕਿਸਾਨ ਲਗਾ ਕੇ ਬਣਾਣੀ ਸੀ, ਉਹਦਾ ਜਿਹੜਾ ਨੁਕਸਾਨ ਸਿੱਧਾ ਨੁਕਸਾਨ ਅਕਾਲੀ ਦਲ ਹੁੰਦਾ ਸੀ। ਅਸੀਂ 1979 ਦੇ ਚੋਣਾਂ ਵੀ ਲੜੀਆਂ ਪੱਖੀ ਚੋਣ ਨਿਸ਼ਾਨ ਤੇ, ਲੋਕਾਂ ਚ ਲੈ ਕੇ ਵੀ ਗਏ। ਪਰ ਸਵਾਲ ਇਹ ਹੈ ਵੀ ਜਿਹੜਾ ਸਾਡੇ ਕੋਲ ਲੋਕਲ ਛੋਟੇ ਲੋਕ ਸੀਗੇ ਸੀ, ਵਰਕਰ ਸੀਗੇ ਔਰ ਨੌਜਵਾਨ ਸੀਗੇ, ਸਾਨੂੰ ਬਦਨਾਮ ਕਰਤਾ ਗਿਆ ਕਿ ਕਾਂਗਰਸ ਦੇ ਬੰਦੇ ਨੇ ਇਹ। ਹੁਣ ਭਿੰਡਰਾਂਵਾਲਾ ਤਾਂ ਬਰਦਾਸ਼ਤ ਕਰ ਗਿਆ ਜਿਹੜਾ ਸਾਰਾ ਸੀਗਾ। जी एक मिनट हरसिमरन जी, एक मिनट अर्जुन जी ਤੁਸੀਂ ਆਪਣੀ ਦਲ ਖਾਲਸਾ ਬਾਰੇ ਇਹ ਮਾਰਕ ਟੱਲੀ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਦਲ ਖਾਲਸਾ ਦੀ ਪਹਿਲੀ ਪ੍ਰੈਸ ਕਾਨਫਰੰਸ ਜਿਹੜੀ ਚੰਡੀਗੜ੍ਹ ਦੇ ਅਰੋਮਾ ਹੋਟਲ 'ਚ ਹੋਈ ਸੀ, ਉਹਦੀ ਪੇਮੈਂਟ ਗਿਆਨੀ ਜੈ ਸਿੰਘ ਨੇ ਕੀਤੀ ਸੀ। ਮੈਂ ਦੇਖੋ ਇਹ ਬੜਾ ਛੋਟਾ ਜਿਹਾ ਬੜਾ ਡੈਮੇਜਿੰਗ ਮਿਥ ਹੈ ਜਿਹੜਾ ਕਿ ਮੈਂ ਅੱਜ ਕਲੀਅਰ ਕਰਨਾ ਚਾਹੁੰਦਾ। ਮੈਂ ਤੁਹਾਨੂੰ ਦੱਸਦਾ ਕਿ ਐਕਚੁਅਲੀ ਉਹ ਜਿਹੜੀ ਪ੍ਰੈਸ ਕਾਨਫਰੰਸ 13 ਅਗਸਤ 1978 ਜੋ ਪ੍ਰੈਸ ਕਾਨਫਰੰਸ ਕੀਤੀ ਸੀ, ਮੈਂ ਐਡਰੈਸ ਕੀਤੀ ਸੀ, ਔਰ ਉਹ ਅਸੀਂ ਆਪਸੀ ਮੁੰਡਿਆਂ ਨੇ ਇਕੱਠੇ ਕਰਕੇ 95 ਰੁਪਏ ਇਕੱਠੇ ਕੀਤੇ ਸੀਗੇ, ਰੋਮਾ ਹੋਟਲ 'ਚ ਹੋਈ ਸੀ। ਉਹ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਉਹ ਨਹੀਂ ਜਿਹਦਾ ਕੀਤਾ ਮਾਰਕ ਟੱਲੀ ਨੇ। ਮਾਰਕ ਟੱਲੀ ਜ਼ਿਕਰ ਕਰਦਾ ਹੈ ਉਹ ਪ੍ਰੈਸ ਕਾਨਫਰੰਸ ਸੀ ਜਦੋਂ ਦਿੱਲੀ ਦਾ ਘਟਨਾ ਵਾਪਰ ਗਿਆ ਸੀ, ਅਸੀਂ ਦਿੱਲੀ 'ਚ ਪ੍ਰੋਗਰਾਮ ਦੇਣਾ ਸੀਗਾ, ਉਹਦੇ ਬਾਰੇ ਮੈਂ ਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਰੋਮਾ ਹੋਟਲ ਰੱਖੀ ਸੀ। ਅਜੇ ਵੀ ਪਰਵਾਨਾ ਸਾਹਿਬ ਜਿਉਂਦੇ ਬੈਠੇ ਨੇ। ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਕਹਿੰਦੇ ਉੱਥੇ ਗਿਆਨੀ ਜੈਲ ਸਿੰਘ ਪ੍ਰੈਸ ਕਾਨਫਰੰਸ ਕਰਨਗੇ, ਤੁਸੀਂ ਇੱਥੇ ਆ ਜਾਇਆ ਜੇ, ਤੁਹਾਡੀ ਗੱਲ ਸੁਣ ਲਾਂਗੇ ਅਸੀਂ। ਜਦੋਂ ਅਸੀਂ ਅੰਦਰ ਗਏ ਤਾਂ ਗਿਆਨੀ ਜੈਲ ਸਿੰਘ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ। ਉਸ ਤੋਂ ਬਾਅਦ ਅਸੀਂ ਉਹ ਚਲੇ ਗਏ, ਮੈਂ ਪ੍ਰੈਸ ਕਾਨਫਰੰਸ ਨੀਅਰ ਕੋਇਨਸੀਡੈਂਸ ਹੋ ਗਿਆ। ਉਸ ਕੋਇਨਸੀਡੈਂਸ ਦੇ ਵਿੱਚ ਜਿਹੜਾ ਉਸ ਸਮੇਂ ਸਾਰਾ 100 ਕੁਛ ਪੇਮੈਂਟ ਕੀਤੀ, ਮੈਂ ਕੀਤੀ ਪੇਮੈਂਟ। ਉਹ ਮਾਰਕ ਟੱਲੀ ਨੇ ਸਾਰਾ ਪੋਲੀਟੀਕਲ ਅਸੀਂ ਕਹਿੰਦੇ ਸਕੇਪਗੋਟ ਬਣ ਕੇ ਸੈਂਡਵਿਚ ਹੋ ਗਏ ਕਿ ਉਸ ਪ੍ਰੈਸ ਕਾਨਫਰੰਸ ਜਿਹੜੀ ਕਿ ਬਾਅਦ 3-4 ਮਹੀਨੇ ਬਾਅਦ ਹੋਈ, ਉਸ ਪ੍ਰੈਸ ਕਾਨਫਰੰਸ ਨੂੰ ਗਿਆਨੀ ਜੈਲ ਸਿੰਘ ਨਾਲ ਜੋੜ ਕੇ ਗਿਆਨੀ ਜੈਲ ਸਿੰਘ ਤਾਂ ਉਹਦੀ ਪੇਮੈਂਟ ਦਾ ਕੀਤਾ। ਕਿ ਹੈਰਾਨਗੀ ਦੀ ਗੱਲ ਹੈ ਕਿ 100 ਰੁਪਏ ਦੀ ਪ੍ਰੈਸ ਕਾਨਫਰੰਸ ਹੋਈ ਸੀ, ਉਹ ਇਹ 100 ਰੁਪਏ ਵੀ ਗਿਆਨੀ ਜੈਲ ਸਿੰਘ ਕੋਲ ਲੈਣਾ ਸੀ ਅਸੀਂ। ਮਾਰਕ ਟੱਲੀ ਨੇ ਬਹੁਤ ਵੱਡਾ ਡਿਸਸਰਵਿਸ ਕੁਲਦੀਪ ਨਈਅਰ ਨੇ ਬੜੀ ਡਿਸਸਰਵਿਸ ਕੀਤੀ ਹੈ। ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਚੰਡੀਗੜ੍ਹ ਦੇ ਪੱਤਰਕਾਰ ਜਾਣਦੇ ਹੈ ਕਿ ਗਿਆਨੀ ਜੈਲ ਸਿੰਘ ਫੋਨ ਕਰਦੇ ਹੁੰਦੇ ਸੀ ਕਿ ਦਲ ਖਾਲਸਾ ਦੀ ਖਬਰ ਫਰੰਟ ਪੇਜ ਤੇ ਲਾਇਆ ਕਰੋ। ਉਹ ਕਰੀ ਜਾਵੇ, ਸਾਡੀ ਕੋਈ ਸਮੱਸਿਆ ਨਹੀਂ ਹੈ। ਉਹ ਸਾਡੀ ਸਮੱਸਿਆ ਨਹੀਂ ਆ, ਉਹ ਸਾਡੀ ਸਮੱਸਿਆ ਗਿਆਨੀ ਜੈਲ ਸਿੰਘ ਨਹੀਂ ਹੈ, ਸਾਡੀ ਸਮੱਸਿਆ ਪੰਥ ਹੈ। ਗਿਆਨੀ ਜੈਲ ਸਿੰਘ ਜਿਹੜਾ ਸੀਗਾ ਉਹ ਅੰਦਰ ਖਾਤੇ ਇਹ ਸਮਝਦਾ ਸੀ ਕਿ ਅਗਰ ਦਲ ਖਾਲਸਾ ਮਜ਼ਬੂਤ ਹੁੰਦਾ ਹੈ ਤਾਂ ਅਕਾਲੀ ਦਲ ਕਮਜ਼ੋਰ ਹੋਏਗਾ, ਲੇਕਿਨ ਸਾਡੀ ਗਿਆਨੀ ਜੈਲ ਸਿੰਘ ਨਾਲ ਕੋਈ ਨਹੀਂ ਸੀ। ਉਸਦਾ ਨਤੀਜਾ ਨਿਕਲਿਆ ਕਿ ਉਸ ਜਿਹੜਾ ਮਿਸ ਇਨਫੋਰਮੇਸ਼ਨ ਦਾ ਕੰਪੇਨ ਚੱਲੀ, ਉਹ ਦਲ ਖਾਲਸਾ ਸਕੇਪਗੋਟ ਬਣ ਗਿਆ, ਸੈਂਡਵਿਚ ਹੋ ਗਿਆ। ਸੋ ਮੈਂ ਸਮਝਦਾ ਕਿ ਇਹ ਜਿਹੇ ਮਿਥ ਜਿਹੜੇ ਨੇ ਅੱਛਾ ਮੈਂ ਸਮਝ ਗਿਆ ਤੁਸੀਂ ਬਹੁਤ ਅੱਛਾ ਕੀਤਾ। ਇੱਕ ਹੋਰ ਗੱਲ ਦੱਸੋ, ਦਲ ਖਾਲਸਾ ਐਕਟੀਵੇਟ ਹੋਇਆ ਔਰ ਇਹ ਨਹੀਂ ਖਾਮੋਸ਼ ਕਿਉਂ ਰਿਹਾ? ਜੀ
ਖਾਮੋਸ਼ ਨਹੀਂ ਰਿਹਾ। ਮੈਂ 2-4 ਮਿੰਟ ਜ਼ਰੂਰ ਦਿਓ ਜੀ, ਇਸ ਮਸਲੇ ਨੂੰ ਕਲੀਅਰ ਕਰਨਾ ਚਾਹੁੰਦਾ। ਦੇਖੋ, ਦਲ ਖਾਲਸਾ ਦੀ ਜਿਹੜੀ ਬੈਨਿੰਗ ਹੋਈ ਹੈ ਨਾ, ਅਸੀਂ ਹੋਈ ਹੈ ਜੀ। ਜਦੋਂ ਮਿਲ ਚਲਾ ਗਿਆ, ਉਸ ਤੋਂ ਬਾਅਦ ਜਸਵੰਤ ਸਿੰਘ ਠੇਕੇਦਾਰ ਨੇ ਇਸ ਮਹਿਸੂਸ ਕਰਕੇ ਮੇਰਾ ਵੀ ਗੱਲ ਨਾ ਚੱਲੇ, ਗਜਿੰਦਰ ਸਿੰਘ ਬਾਹਰ ਹਾਈਜੈਕਿੰਗ ਕਰਕੇ ਲੈ ਗਏ ਸੀਗੇ। ਠੇਕੇਦਾਰ ਨੇ ਗਊਆਂ ਦੇ ਕੁਝ ਕੰਨ ਲੈ ਕੇ ਬਟਾਲੇ ਤੋਂ ਲੈ ਕੇ, ਜੋ ਬਾਅਦ ਚ ਮੈਨੂੰ ਇਨਫੋਰਮੇਸ਼ਨ ਮਿਲੀ, ਉੱਥੇ ਮੰਦਿਰ ਸੁੱਟਦੇ, ਸਹੀ ਚਲਾ ਮੰਦਿਰ ਅੰਮ੍ਰਿਤਸਰ, ਔਰ ਉਸ ਦੇ ਵਿੱਚ ਉਹ ਆਪਣੇ ਨੰਬਰ ਬਣਾਉਣਾ ਚਾਹੁੰਦਾ ਸੀਗਾ। ਔਰ ਮੈਂ ਜਦੋਂ ਅਖਬਾਰ ਚ ਪੜਿਆ, ਮੈਂ ਉਸਨੂੰ ਸੁਨੇਹਾ ਭੇਜਿਆ ਜੇਲ੍ਹ ਵਿੱਚੋਂ ਕਿ ਤੂੰ ਇਹ ਕੰਮ ਨਾ ਕਰੋ, ਇਸ ਨਾਲ ਬੜਾ ਨੁਕਸਾਨ ਹੋ ਜਾਏਗਾ। ਔਰ ਉਹੀ ਗੱਲ ਹੋਈ, ਜਦੋਂ ਉਹ ਉਸਨੇ ਕੰਮ ਕੀਤਾ ਤਾਂ ਸਾਰਾ ਇਵਨ ਨਾਰਥ ਇੰਡੀਆ ਜਿਹੜਾ ਉਹ ਇਸ ਦੇ ਵਿੱਚ ਅਗੂਲਾ ਉੱਠ ਗਿਆ ਕਿ ਸਾਡੇ ਮੰਦਰਾਂ ਦੀ ਗਊ ਦੀ ਕੀਤੀ ਹੈ, ਉਹ ਬੈਨ ਲੱਗ ਗਿਆ। 1981 ਚ ਬੈਨ ਲੱਗਣ ਨਾਲ ਉਹ ਬੈਨ ਜਿਹੜਾ 2 ਸਾਲ ਹੀ ਲੱਗਿਆ। ਪਹਿਲੀ ਜਿਹੜੀ ਉਹਦੀ ਪੇਸ਼ੀ ਸੀ ਮੈਂ ਭੁਗਤੀ ਜੇਲ੍ਹ ਵਿੱਚੋਂ, ਔਰ ਉਸ ਤੋਂ ਬਾਅਦ ਜਿਹੜਾ ਦਲ ਖਾਲਸਾ ਜੀ ਦੀ ਚੁੱਪ ਬੈਨ ਲੱਗਣ ਨਾਲ ਉਹ ਇੱਕ ਤਰ੍ਹਾਂ ਦਾ 10-12 ਸਾਲ ਦਾ ਖਾਮੋਸ਼ੀ ਹੈ। ਉਸ ਤੋਂ ਬਾਅਦ ਜਦੋਂ ਇਹ ਦਲ ਖਾਲਸਾ ਦੇ ਦੁਬਾਰਾ ਨਵੀਂ ਲੀਡਰਸ਼ਿਪ ਆਈ ਹੈ, ਗਜਿੰਦਰ ਸਿੰਘ ਆਈ ਹੈ, ਕਮਰਪਾਲ ਸਿੰਘ ਦੀ ਆਈ ਹੈ, ਧਾਮੀ ਸਾਹਿਬ ਦੀ ਆਈ ਹੈ, ਮੈਂ ਤਾਂ ਉਸ ਤੋਂ ਬਾਅਦ ਰਿਹਾ ਹੋ ਕੇ 85 ਚ ਅਨੰਦਪੁਰ ਸਾਹਿਬ ਆ ਕੇ ਆਪਣੇ ਪੋਲੀਟੀਕਲ ਫਿਲਾਸਫੀਕਲ ਕੰਮ ਸ਼ੁਰੂ ਕੀਤਾ। ਲੇਕਿਨ ਮੈਂ ਮਹਿਸੂਸ ਕਰਦਾ ਕਿ ਜੇ ਦਲ ਖਾਲਸਾ ਪਿਛਲੇ ਸਮਿਆਂ ਚ ਇੱਕ ਤਰ੍ਹਾਂ ਦੀ ਬੇਸਿਕ ਮੇਰੀ ਉਹਨਾਂ ਨਾਲ ਮਤਭੇਦ ਜਿਹਨੂੰ ਕਹਿ ਸਕਦੇ ਆ ਕਿ ਮਤਭੇਦ ਵੀ ਹੈਗੇ ਨੇ ਕਿ ਉਹ ਰਿਐਕਟਿਵ ਪੋਲਿਟਿਕਸ ਕਰਦੇ ਨੇ, ਕਿ ਜੋ ਕੋਈ ਸਥਿਤੀ ਬਣਦੀ ਹੈ ਉਹਦੇ ਰਿਐਕਟ ਕਰਦੇ ਨੇ, ਪ੍ਰੋਐਕਟਿਵ ਨਹੀਂ ਹੈ। ਦਲ ਖਾਲਸਾ ਅੱਜ ਦਾ ਦਲ ਖਾਲਸਾ ਪ੍ਰੋਐਕਟਿਵ ਨਹੀਂ ਹੈ, ਉਹ ਰਿਐਕਟਿਵ ਪੋਲਿਟਿਕਸ ਕਰਦਾ ਹੈ, ਔਰ ਉਸਦੇ ਜੋ ਸਥਿਤੀ ਬਣਦੀ ਉਹਨੂੰ ਰਿਐਕਟ ਕਰਕੇ ਕੌਮ ਦੇ ਜਜ਼ਬਾਤਾਂ ਦੇ ਨਾਲ ਉਹ ਅੱਗੇ ਲਿਜਾ ਰਿਹਾ ਹੈ। ਸੋ ਮੈਂ ਸਮਝਦਾ ਕਿ ਇਸ ਨੂੰ ਇਸ ਤਰ੍ਹਾਂ ਵੇਖੀਏ, ਅੱਜ ਜਦੋਂ ਸਾਰੀਆਂ ਹੋਰ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਖਤਮ ਹੋ ਰਹੀਆਂ ਨੇ, ਅਕਾਲੀ ਦਲ ਖਤਮ ਹੋ ਰਿਹਾ ਹੈ, ਤਾਂ ਦਲ ਖਾਲਸਾ ਦੀ ਇੱਕ ਸਪੇਸ ਬਣੀ ਹੈ, ਦਲ ਖਾਲਸਾ ਨੇ ਮਹਿਸੂਸ ਕਰਕੇ ਸਪੇਸ ਬਣਾਈ ਹੈ, ਔਰ ਇਹ ਵੀ ਉਸੇ ਸਵਾਲ ਦਾ ਜਵਾਬ ਦਿਓ। ਤੁਸੀਂ ਕਹਿ ਰਹੇ ਹੋ ਕਿ ਰਿਐਕਟ ਕਰਦਾ ਹੈ, ਐਕਟ ਨਹੀਂ ਹੈ ਬਟ ਰਿਐਕਟ ਕਰਦਾ ਹੈ। ਕਰ ਤਿਰੰਗਾ ਯਾਤਰਾ ਮੁਹਿੰਮ ਪੂਰੇ ਦੇਸ਼ 'ਚ ਚੱਲ ਰਹੀ ਹੈ, ਅਲੱਗ-ਅਲੱਗ ਸੂਬਿਆਂ 'ਚ ਚੱਲ ਰਹੀ ਹੈ, ਸਿਰਫ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਵਿੱਚ ਕੱਲ ਇਹਦੇ ਐਂਟੀ ਰਿਐਕਟ ਹੋ ਰਿਹਾ ਹੈ। ਤੁਹਾਨੂੰ ਲੱਗਦਾ ਉਹ ਸਹੀ ਹੈ? ਨਹੀਂ, ਮੇਰੀ ਬੇਨਤੀ ਸੁਣੋ ਨਾ ਜੀ। ਜੇਕਰ ਨਰਿੰਦਰ ਮੋਦੀ ਤਿਰੰਗੇ ਦੀ ਗੱਲ ਨਾ ਕਰਦੇ, ਤਿਰੰਗਾ ਝੰਡਾ ਨਾ ਲਿਆਉਣ ਦੀ ਗੱਲ ਕਰਦੇ, ਤਾਂ ਸ਼ਾਇਦ ਦਲ ਖਾਲਸਾ ਦੇ ਦਿਮਾਗ 'ਚ ਗੱਲ ਹੋਣੀ ਨਹੀਂ ਸੀ ਕਿ ਅਸੀਂ ਕਿਸੇ ਝੰਡਾ ਚਲਾਈਏ, ਜਾਂ ਨਵੇਂ ਰੂਪ ਜਿਹੜੇ ਝੰਡੇ ਆ ਗਏ, ਉਹਦਾ ਨਾ ਪ੍ਰੋਗਰਾਮ ਕੋਈ ਦਿੰਦਾ ਹੀ ਨਾ, ਇੱਕ ਮਾਰਚ ਕੱਢ ਕੇ ਅੰਮ੍ਰਿਤਸਰ ਕੱਢ ਕੇ ਪਾਸੇ ਦਾ ਇਹ ਜਿਹੜੀ ਰਿਹਾ, ਇਹ ਝੰਡਾ ਜਿਹੜੀ ਸੈਗਮੈਂਟ ਬਣਦਾ ਹੈ ਕਿ ਹਾਂ ਸਿਮਰਨ ਜੀ, ਕੀ ਪੰਥ ਦੀ ਗੱਲ ਹੋ ਜਾਏ, ਦਲ ਦੀ ਗੱਲ ਹੋ ਜਾਏ, ਕਿ ਇਹ ਰਾਸ਼ਟਰਵਾਦ ਤੋਂ ਉੱਤੇ ਨੇ? ਨਹੀਂ, ਉਹੀ ਤਾਂ ਗੱਲ ਹੈ ਨਾ ਜੀ। ਇਹ ਗੱਲ ਜਿਹੜੀ ਮੈਡਮ ਰਾਸ਼ਟਰਵਾਦ ਤੇ ਉਹਦੇ ਇੱਕ ਰਿਜ਼ਲਟ ਹੀ ਹੈ ਨਾ, ਜਿਹੜਾ ਮੈਜੋਰਿਟੇਰੀਅਨ ਨੈਸ਼ਨਲਿਜ਼ਮ ਲੈਂਦਾ ਜਾ ਰਿਹਾ ਹੈ, ਜਿਹੜਾ ਪਿਛਲੇ ਖਾਲਸਾ ਜਿਹੜੀ ਸਾਰੀ ਸਿੱਖ ਸੰਘਰਸ਼ ਜਿਹੜੀਆਂ ਧਰਮ ਡਿਸਟਰਬ ਨੇ, ਚਾਹੇ ਉਹ ਨਵੇਂ ਰੂਪ ਚ ਆ ਗਈਆਂ ਨੇ, ਚਾਹੇ ਪੰਜਾਬ ਅਕਾਲ ਯੂਥ ਹੈ, ਚਾਹੇ ਵਾਰਿਸ ਪੰਜਾਬ ਦੇ ਨੇ, ਚਾਹੇ ਉਹ ਥਵਾੜਾ ਕਮੇਟੀ ਹੈ, ਇਹ ਸਾਰੇ ਸੈਗਮੈਂਟ ਨੇ, ਇਹ ਸੈਗਮੈਂਟ ਡਿਸਟਰਬ ਨੇ ਜਦ ਤੱਕ ਮਸਲੇ ਹੱਲ ਨਹੀਂ ਹੋਏ। ਜੇਕਰ ਮਸਲੇ ਹੱਲ ਨਹੀਂ ਹੋਣਗੇ, ਸਿੱਖਾਂ ਦੇ ਮਸਲੇ ਨੂੰ ਐਡਰੈਸ ਨਹੀਂ ਕੀਤਾ, ਨਹੀਂ ਮੈਂ ਇਸ ਨੂੰ ਨਹੀਂ ਕਹਿੰਦਾ ਕਿ ਉਹ ਵੱਖਰਾ ਫੈਕਟਰ ਹੈ ਕਿ ਦੇਸ਼ ਦਾ ਝੰਡਾ ਉਹਦੇ ਰਿਐਕਸ਼ਨ ਦੇ ਚ ਆਇਆ ਨਾ ਜੀ। ਉਹਦੇ ਚ ਲੋਕਾਂ ਸਿੱਖਾਂ ਨੇ ਧਰਨਾ ਲਗਾਇਆ ਹੈ ਨਾ, ਅਕਾਲੀ ਦਲ ਚੁੱਪ ਰਿਹਾ ਇਹਦੇ ਬਾਰੇ। ਆਜ਼ਾਦੀ ਤਾਂ ਅਸੀਂ ਹਰ ਸਾਲ ਮਨਾ ਰਹੇ ਹਾਂ, ਹੈ ਨਾ, ਉਹ ਤਾਂ ਅਸੀਂ ਹਰ ਸਾਲ ਮਨਾ ਰਹੇ ਹਾਂ, ਪਰ ਇਸ ਸਾਲ ਹੀ ਕਿਉਂ? ਉਹੀ ਅਰਜੁਨ ਸ਼ਰਮਾ ਜੀ ਦਾ ਵੀ ਸਵਾਲ ਤੁਹਾਨੂੰ ਇਹੀ ਸੀਗਾ ਕਿ ਪਹਿਲਾਂ ਦਲ ਖਾਲਸਾ ਕਾਫੀ ਦੇਰ ਚੁੱਪ ਰਿਹਾ, ਹੁਣ ਦੁਆਰ ਤੋਂ ਐਕਟਿਵ ਕਿਉਂ ਹੋ ਰਿਹਾ? ਤੁਹਾਨੂੰ ਕੀ ਕਾਰਨ ਲੱਗਦਾ ਹੈ? ਕੁਝ ਤਾਰਾਂ ਜੁੜੀਆਂ ਨੇ ਕਿਹਨਾਂ ਨਾਲ? ਨਹੀਂ, ਮੈਂ ਮਹਿਸੂਸ ਕਰਦਾ ਕਿ ਇਹ ਉਹ ਸੰਘਰਸ਼ ਦਾ ਇੱਕ ਪੱਖ ਹੈ ਕਿ ਉਹ ਤਿਰੰਗੇ ਦੇ ਪ੍ਰਤੀ ਉਹਨਾਂ ਨੇ ਬਗਾਵਤੀ ਸੁਰ ਲਿਆਂਦੇ ਨੇ, ਔਰ ਕੇਸਰੀ ਝੰਡਾ ਜਾਂਦਾ ਹੈ। ਇਸ ਨੂੰ ਕਿਵੇਂ ਡੀਲ ਕਰਨਾ ਹਿੰਦੁਸਤਾਨ ਸਰਕਾਰ ਨੇ, ਪੰਜਾਬ ਸਰਕਾਰ ਨੇ, ਜਾਂ ਸੰਘਰਸ਼ੀ ਧਿਰਾਂ ਕਿਵੇਂ ਲੜਗੀਆਂ? ਇੱਕ ਬੈਟਲ ਲਾਈਨਸ ਹੋ ਗਿਆ ਨੇ, ਸੰਘਰਸ਼ ਦੀ ਮਸਲਾ ਹੱਲ ਨਾ ਕਰਕੇ ਇਹ 15 ਅਗਸਤ ਨੇ ਬੈਟਲ ਲਾਈਨਸ ਡਰਾ ਕਰ ਦਿੱਤੀਆਂ ਨੇ ਕਿ ਇੱਕ ਪਾਸੇ ਸੰਘਰਸ਼ੀਲ ਧਿਰਾਂ ਨੇ, ਇੱਕ ਪਾਸੇ ਨੈਸ਼ਨਲਿਸਟ ਸਿੱਖ ਨੇ, ਇੱਕ ਪਾਸੇ ਹਿੰਦੂਤਵੀ ਸਿੱਖ ਨੇ, ਅਕਾਲੀ ਸਿੱਖ ਨੇ। ਸੋ ਸਿੱਖਾਂ ਦੇ ਵਿੱਚ ਕਿਤੇ ਨਾਲ ਡਿਗਮੈਂਟ ਆ ਗਈਆਂ ਨੇ। ਝੰਡਾ ਲਹਿਰਾਣਾ ਨਾ ਲਹਿਰਾਣਾ ਆਪਣਾ ਕੋਈ ਕੰਸਟੀਟਿਊਸ਼ਨ ਨੂੰ ਕੁਝ ਨੂੰ ਵਾਅਦਾ ਨਹੀਂ ਕਰਦਾ ਕਿ ਝੰਡਾ ਲਹਿਰਾ, ਲੇਕਿਨ ਇਹਦੇ ਸਾਰੇ ਕਾਰਨ ਹੋ ਰਹੇ। ਉਹਨਾਂ ਕਾਰਨ ਨੂੰ ਐਡਰੈਸ ਕਰੋ, ਝੰਡਾ ਆਪੇ ਲੋਕ ਲਹਿਰਾਣ ਲੱਗ ਪਏ। ਗਾਣੇ ਆਏ ਨੇ ਕਿ ਮੈਨੂੰ ਇਹਨਾਂ ਹਿੱਸਾ ਜਵਾਬ ਦੇ। ਹਰਸਿਮਰਨ ਜੀ ਦੇ ਨਾਲ ਮੇਰੇ ਨਾਲ 84 ਤੋਂ ਵਾਪਰਿਆ, ਮੈਂ ਵਾਪਰਿਆ। ਸਮਾਂ ਸਾਡੇ ਕੋਲ ਹੋਰ ਜ਼ਿਆਦਾ ਨਹੀਂ ਹੈਗਾ ਹੁਣ, ਤਾਂ ਆਪਾਂ ਆਪਣੇ ਸ਼ੋਅ ਨੂੰ ਖਤਮ ਵੀ ਕਰਨਾ ਹੈ।
ਸੋ ਹਰਸਿਮਰਨ ਜੀ ਨੇ ਬਹੁਤ ਵਧੀਆ ਅਨਾਲਿਸਿਸ ਕੀਤਾ ਹੈ, ਪੰਥ ਦੇ ਵੱਲੋਂ ਵੀ ਉਹਨਾਂ ਨੇ ਆਪਣੀ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਅਰਜੁਨ ਜੀ ਕੀ ਔਰ ਦਲ ਖਾਲਸਾ ਵੱਲੋਂ ਵੀ ਕਾਫੀ ਕੁਝ ਸਪਸ਼ਟ ਕੀਤਾ। ਦਲ ਖਾਲਸਾ ਵੱਲੋਂ ਵੀ ਕਾਫੀ ਕੁਝ ਸਪਸ਼ਟ ਕੀਤਾ ਦੇਖੋ ਦਲ ਖਾਲਸਾ ਦਲ ਕਾਫੀ ਕੀਤਾ ਹੈ ਔਰ ਇਹਦਾ ਸਾਨੂੰ ਸਮਝ ਆਈ ਹੈ ਖਾਲਸਾ ਅਗਰ ਦਲ ਖਾਲਸਾ ਅਗਰ 44 ਸਾਲ ਪੁਰਾਣੀ ਆਰਗੇਨਾਈਜੇਸ਼ਨ ਜਿਹੜੀ ਸਾਰੀਆਂ ਨਵੀਆਂ ਧਿਰਾਂ ਨੇ 44 ਸਾਲ ਪੁਰਾਣੀ ਦਲ ਖਾਲਸਾ ਆਰਗੇਨਾਈਜੇਸ਼ਨ ਬਚ ਗਈ ਹੈ ਜੀ ਸਿਮਰਨ ਜੀ ਸਮਾਨ ਤੋਂ ਇਲਾਵਾ। ਔਰ ਪ੍ਰੋਐਕਟਿਵ ਹੋ ਕੇ ਇੱਕ ਨਵੀਂ ਰਾਜਨੀਤੀ ਲਿਆਉਣ ਵਾਸਤੇ ਬਦਲ ਬਣ ਸਕੇ, ਜਿਹੜਾ ਸੁਪਨਾ ਕਦੀ ਅਸੀਂ ਦਲ ਖਾਲਸਾ ਨੇ ਲਿਆ ਸੀ, ਅੱਜ ਦਾ ਦਲ ਖਾਲਸਾ ਬਦਲ ਬਣ ਜਾਏ ਇਸ ਪੋਲਿਟਿਕਸ ਦਾ, ਆਪਣੀ ਜਿਹੜੀਆਂ ਵਿੱਚ ਇਲੈਕਸ਼ਨ ਸਿਸਟਮ ਨਹੀਂ ਆਉਣਾ ਜਾਂ ਹੋਰ ਤਰੀਕੇ ਨਾਲ ਨਹੀਂ ਲੜਨਾ। ਅਗਰ ਦਲ ਖਾਲਸਾ ਇੱਕ ਨਵੇਂ ਰੂਪ ਵਿੱਚ ਉੱਭਰ ਸਕਦਾ ਹੈ ਤਾਂ ਸਪੇਸ ਬਣੀ ਹੋਈ ਹੈ, ਉਸ ਸਪੇਸ ਨੂੰ ਭਰ ਸਕਦਾ ਹੈ। ਦਲ ਖਾਲਸਾ ਜਿਹੜਾ ਹੋ ਲੱਗਿਆ ਰਹੇ ਪੋਲਿਟਿਕਸ ਕੁਝ। ਜੀ ਬਿਲਕੁਲ ਅਰਜੁਨ ਜੀ, ਇਹ ਬਹੁਤ ਸਹੀ ਹੈ। ਪ੍ਰੋਗਰਾਮ ਦੇ ਵਿੱਚ ਆਪਣੀ ਗੱਲ ਕਰੋ। ਦੇਖੋ ਜੀ, ਇਹ ਗੱਲ ਤਾਂ ਸਪਸ਼ਟ ਹੈ ਕਿ ਹਰਸਿਮਰਨ ਸਿੰਘ ਉਹਨਾਂ ਨੇ ਬਹੁਤ ਵਧੀਆ ਪੁਆਇੰਟ ਤੇ ਲਿਆ ਕੇ ਗੱਲ ਖਤਮ ਕੀਤੀ ਹੈ ਕਿ ਰਿਐਕਟਿਵ ਪੋਲਿਟਿਕਸ ਕਰਕੇ ਦਲ ਖਾਲਸਾ ਆਪਣੀ ਪੋਲੀਟੀਕਲ ਸਪੇਸ ਨਹੀਂ ਬਣਾ ਪਾਏਗਾ। ਜੇ ਪ੍ਰੋਐਕਟਿਵ ਪੋਲਿਟਿਕਸ ਕਰਨੀ ਹੈ, ਸਾਰੇ ਵਰਗਾਂ ਦੀ ਗੱਲ ਕਰਨੀ ਹੈ ਔਰ ਜੈਨੂਅਨ ਬੈਲੈਂਸ ਗੱਲ ਕਰਨੀ ਹੈ, ਕੋਈ ਨਿਚੋੜ ਕੱਢ ਕੇ ਕੋਈ ਨਵੀਂ ਚੀਜ਼ ਲੈ ਕੇ ਆਣੀ ਹੈ, ਉਹ ਜਿਹਦੇ ਨਾਲ ਪੰਜਾਬ ਸਿੱਖ ਔਰ ਉੱਥੇ ਪੰਜਾਬ ਵਿੱਚ ਵਸਦਾ ਸਾਰਾ ਪੰਜਾਬੀ ਭਾਈਚਾਰਾ ਉੱਥੋਂ ਮੁਤਾਸਰ ਹੋ ਸਕੇ ਤੇ ਉਹ ਜ਼ਿਆਦਾ ਅੱਛਾ ਹੋ ਸਕਦਾ ਹੈ। ਫਸੇ ਹੋਏ ਮਸਲੇ ਨੇ ਉਹਨਾਂ ਦੀ ਵੀ ਜੇਕਰ ਗੱਲ ਕਰੇ। ਜੀ 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 ਪੰਜਾਬ ਦੀ ਨਵ ਜੀ। ਸੋ ਇਹ ਸਨ ਸਾਡੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਜਿਹੜੇ ਕਿ ਸਿੱਖ ਵਿਦਵਾਨ ਨੇ ਔਰ ਉਹਨਾਂ ਨੇ ਆਪਣੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਸੀਨੀਅਰ ਪੱਤਰਕਾਰ ਅਰਜੁਨ ਸ਼ਰਮਾ ਜੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਸੀ। ਅੱਜ ਦੇ ਸ਼ੋਅ ਦੇ ਲਈ ਲਾਈਵ ਇਸ ਮੰਚ ਦੇ ਜ਼ਰੀਏ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ। ਨਮਸਕਾਰ।